ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਤੇ ਮੇਰੇ ਨਾਲ ਅੱਜ ਇੰਟਰਨੈਸ਼ਨਲ ਵੂਮਨ ਡੇ ਦੇ ਮੌਕੇ ਤੇ ਗੱਲਬਾਤ ਕਰਨ ਵਾਸਤੇ ਹਾਜ਼ਰ ਨੇ ਜਸਵੀਰ ਮੰਗੂਵਾਲ ਜੀ। ਸਤਿ ਸ਼੍ਰੀ ਅਕਾਲ ਜਸਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਵੀ ਤੇ ਤੁਹਾਡੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੜੀ ਮਿਹਰਬਾਨੀ ਜੀ। ਜਸਵੀਰ ਜੀ, ਇੰਟਰਨੈਸ਼ਨਲ ਵੂਮਨ ਡੇ ਜਦੋਂ ਤੋਂ ਅਸੀਂ ਛੋਟੇ ਹੁੰਦੇ ਸੀਗੇ ਉਦੋਂ ਤੋਂ ਨਾਂ ਸੁਣਦੇ ਆ ਰਹੇ ਹਾਂ। ਸੈਲੀਬ੍ਰੇਸ਼ਨ ਹੁੰਦੀਆਂ ਸਕੂਲਾਂ 'ਚ, ਕਾਲਜਾਂ 'ਚ, ਯੂਨੀਵਰਸਿਟੀਆਂ 'ਚ ਆਮ ਹੁੰਦੀਆਂ ਸੀ। ਫਿਰ ਸਭਾਵਾਂ ਵਿੱਚ ਹੋਣ ਲੱਗ ਪਈ ਇਹ ਗੱਲ ਕਿ ਔਰਤ ਦਿਹਾੜਾ ਮਨਾਉਣਾ ਜਾਣਾ, ਔਰਤ ਦਿਵਸ ਮਨਾਇਆ ਜਾਣਾ। ਮੈਨੂੰ ਇਸ ਗੱਲ ਤੇ ਥੋੜੀ ਜਿਹੀ ਆਈ ਜਾਂਦੀ ਗੱਲ ਵੀ ਇੱਕ ਫਾਰਮੈਲਿਟੀ ਜੀ ਰਹਿ ਗਈ ਹੈ ਵੀ ਦਿਨ ਮਨਾਉਣਾ। ਉਹਦੇ ਵਿੱਚ ਜਿਹੜਾ ਕਾਰਨ ਹੈ, ਰੀਜ਼ਨ ਆ ਕਿਉਂ ਮਨਾਉਣਾ, ਜਾਂ ਉਹਦੇ ਪਿੱਛੇ ਕੋਈ ਹੁਣ ਤੱਕ ਤਬਦੀਲੀ, ਕੋਈ ਸਿਫਤੀ ਤਬਦੀਲੀ ਹੋਈ ਆ ਜਾਂ ਇੱਕ ਫਾਰਮੈਲਿਟੀ ਰਹਿ ਗਈ? ਹਾਂਜੀ, ਮੈਂ ਸਭ ਤੋਂ ਪਹਿਲਾਂ ਕਲਾਰਾ ਚੈਟਕਨ ਤੇ ਉਹਨਾਂ ਦੀਆਂ ਸਾਥਣਾਂ ਨੂੰ ਸਲਾਮ ਕਰਦੀ ਹਾਂ। ਤੇ ਦੂਜਾ, ਦੁਨੀਆ ਭਰ ਦੀਆਂ ਜਿਹੜੀਆਂ ਵੀ ਔਰਤਾਂ ਮਨੁੱਖੀ ਹਕੂਕਾਂ ਲਈ ਤੇ ਔਰਤਾਂ ਦੇ ਹੱਕਾਂ ਲਈ ਲੜਦੀਆਂ ਉਹਨਾਂ ਨੂੰ ਵੀ ਮੈਂ ਸਲਾਮ ਕਰਦੀ ਹਾਂ। ਚਾਹੇ ਉਹ ਸ਼ਹੀਨ ਬਾਗ ਦੀਆਂ ਔਰਤਾਂ ਹੋਣ ਤੇ ਚਾਹੇ ਉਹ ਕਿਸਾਨ ਅੰਦੋਲਨ ਦੀਆਂ ਔਰਤਾਂ ਹੋਣ ਜਾਂ ਸਟੂਡੈਂਟ ਯੂਨੀਅਨਾਂ ਦੇ ਵਿੱਚ ਜਿਹੜੀਆਂ ਵੀ ਕੁੜੀਆਂ ਲੜਦੀਆਂ ਆ, ਜਾਂ ਦੁਨੀਆ ਭਰ ਦੇ ਜਿੱਥੇ ਜਿੱਥੇ ਵੀ ਕੋਈ ਸੰਘਰਸ਼ ਚੱਲਦੇ ਆ। ਜਿੱਥੋਂ ਤੱਕ ਗੱਲ ਹੈਗੀ ਆ ਵੀ ਔਰਤ ਜਿਹੜਾ ਦਿਵਸ ਆ, ਇਹਦੀ ਕੋਈ ਹਕੀਕਤ ਜਾਣੀ ਕਿ ਕੁਛ ਚੇਂਜ ਹੋਇਆ ਇੰਨੇ ਸਾਲਾਂ 'ਚ। ਜਦੋਂ ਅਸੀਂ ਦੇਖਦੇ ਹਾਂ ਵੀ ਕਲਾਰਾ ਚੈਟਕਨ ਤੇ ਉਹਨਾਂ ਦੀਆਂ ਸਾਥਣਾਂ ਨੇ 1910-11 ਦੇ ਵਿੱਚ ਇਹ ਮਨਾਉਣਾ ਸ਼ੁਰੂ ਕੀਤਾ ਸੀ। ਮਤਲਬ 110 ਸਾਲ 11 ਸਾਲ ਹੋ ਗਏ ਆ। ਪਰ ਜੇ ਅਸੀਂ ਅੱਜ ਵੀ ਦੇਖੀਏ, ਅੱਜ ਵੀ ਜਿਹੜੀ ਔਰਤਾਂ ਦੀ ਸਥਿਤੀ ਆ ਉਹ ਬਹੁਤੀ ਵਧੀਆ ਨਹੀਂ ਹੈਗੀ। ਆਜ਼ਾਦੀ ਤੋਂ ਬਾਅਦ ਭਾਵੇਂ ਭਾਰਤ ਦੇ ਵਿੱਚ ਸੰਵਿਧਾਨ ਦੇ ਵਿੱਚ ਬਰਾਬਰਤਾ ਦੇ ਜਿਹੜੇ ਅਧਿਕਾਰ ਦੇਣ ਦਾ ਦਾਅਵਾ ਕੀਤਾ ਗਿਆ, ਪਰ ਜੇ ਦੇਖਿਆ ਜਾਵੇ ਪ੍ਰੈਕਟੀਕਲ ਨਹੀਂ ਆ। ਸਮੁੱਚੀ ਔਰਤ ਜਾਤੀ ਦੀ ਹਾਲਤ ਦੇਖੀ ਜਾਵੇ, ਉਹ ਸਮਾਜਿਕ, ਆਰਥਿਕ ਤੇ ਰਾਜਨੀਤਿਕ ਤੌਰ ਤੇ ਅਜੇ ਵੀ ਪਛੜੀ ਹੋਈ ਆ। ਜਿਵੇਂ ਤੁਸੀਂ ਗੱਲ ਕੀਤੀ ਆ ਕਿਸਾਨੀ ਅੰਦੋਲਨ ਵਿੱਚ ਕੰਮ ਕਰਦੀਆਂ ਔਰਤਾਂ ਜਿਹੜੀਆਂ ਹੈਗੀਆਂ, ਉਹਨਾਂ ਦੀ ਬਹਾਦਰੀ ਦੀ ਗੱਲ, ਉਹਨਾਂ ਦੀ ਕੰਟਰੀਬਿਊਸ਼ਨ ਦੀ ਗੱਲ, ਉਹਨੂੰ ਤੁਸੀਂ ਸਿਫਤ ਕੀਤੀ, ਸ਼ਲਾਘਾ ਕੀਤੀ। ਮੈਨੂੰ ਲੱਗਦਾ ਇਹ ਸ਼ਾਇਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਇੰਨੀ ਵੱਡੀ ਗਿਣਤੀ ਵਿੱਚ ਔਰਤਾਂ ਨੇ ਖੁਦ ਆਪਣੇ ਪ੍ਰਬੰਧ ਕਰਕੇ ਉੱਥੇ ਸ਼ਮੂਲੀਅਤ ਕੀਤੀ ਹੈਗੀ ਆ। ਇਹ ਤੁਹਾਨੂੰ ਕੀ ਲੱਗਦਾ ਇਹ ਚੇਤਨਾ ਆਈ ਹੈ ਜਾਂ ਇਹ ਮਜਬੂਰੀ ਸੀਗੀ ਵੀ ਕਿਸਾਨੀ ਅੰਦੋਲਨ ਚੱਲਦਾ ਵਾ ਤੇ ਸਾਨੂੰ ਔਰਤਾਂ ਨੂੰ ਵੀ ਉੱਥੇ ਸ਼ਾਮਿਲ ਹੋਣਾ ਚਾਹੀਦਾ? ਜੇ ਆਪਾਂ ਥੋੜੇ ਜਿਹੇ ਪਿੱਛੇ ਨੂੰ ਦੇਖੀਏ, ਜਦੋਂ CAA ਦਾ ਕਾਨੂੰਨ ਪਾਸ ਹੋਇਆ, ਉਸ ਵੇਲੇ ਜਿਹੜੀਆਂ ਔਰਤਾਂ ਆ, ਵੈਸੇ ਵੀ ਇਹਨਾਂ ਦੀ ਜ਼ਮੀਨ ਦੇ ਵਿੱਚ ਮਲਕੀਅਤ ਹੈ ਨਹੀਂ ਗੀ। ਜਿਹੜੀਆਂ ਕਿਸਾਨ ਔਰਤਾਂ ਉਹਨਾਂ ਦੀ ਵੀ ਮੈਂ ਸੁਣਿਆ ਵੀ 86% ਆ। ਤੇ ਜਿਹੜੀਆਂ ਦੂਜੀਆਂ ਔਰਤਾਂ ਹੈਗੀਆਂ, ਮਜ਼ਦੂਰ ਔਰਤਾਂ ਆ, ਟੋਟਲ ਜੇ ਔਰਤਾਂ ਨੂੰ ਦੇਖੀਏ ਤੇ 98% ਜਿਹੜੀਆਂ ਔਰਤਾਂ ਆ ਉਹਨਾਂ ਦੀ ਜ਼ਮੀਨ 'ਚ ਮਲਕੀਅਤ ਹੈ ਨਹੀਂ। ਤੇ ਜਿਹੜੀਆਂ ਉਹਨਾਂ 98 ਦੇ ਵਿੱਚੋਂ 81% ਔਰਤਾਂ ਜਿਹੜੀਆਂ ਅਨੁਸੂਚਿਤ ਜਾਤੀਆਂ ਦੀਆਂ ਤੇ ਆਦੀਵਾਸੀ ਔਰਤਾਂ ਆ। ਜ਼ਮੀਨ ਮਲਕੀਅਤ ਦੀ ਤੁਸੀਂ ਕੀ ਗੱਲ? ਜਿੱਦਾਂ ਉਹਨਾਂ ਦੇ ਨਾਂ ਤੇ ਕੋਈ ਜ਼ਮੀਨ ਦਾ ਟੁਕੜਾ ਨਹੀਂ ਹੈਗਾ। ਅੱਛਾ। ਤੇ ਜਦੋਂ CAA ਆਇਆ ਤੇ ਜਿਹੜੀਆਂ ਆਦੀਵਾਸੀ ਔਰਤਾਂ ਆ ਤੇ ਜਾਂ ਜਿਹੜੀਆਂ ਉਹਨਾਂ ਲਈ ਬਹੁਤ ਖਤਰਾ ਹੋ ਗਿਆ, ਕਿਉਂਕਿ ਉਹ ਸਿੱਧੇ ਨਹੀਂ ਸੀ ਕਰ ਸਕਦੀਆਂ ਕਿ ਉਹ ਭਾਰਤ ਦੀਆਂ ਔਰਤਾਂ ਹੈਗੀਆਂ, ਮਤਲਬ ਹਾਂਜੀ ਸਬੂਤ ਨਹੀਂ ਸੀ ਕੋਈ ਹੈਗਾ। ਤੇ ਉਹ ਇਸੇ ਕਰਕੇ ਸ਼ਹੀਨ ਬਾਗ ਦੇ ਵਿੱਚ ਜਾਣੀ ਕਿ ਜਿਹੜਾ ਉਹ ਮੋਰਚਾ ਸੀ ਕਿਸਾਨ ਅੰਦੋਲਨ ਤੋਂ ਵੀ ਪਹਿਲਾਂ, ਜਿਹੜਾ ਸ਼ਹੀਨ ਬਾਗ ਦੇ ਵਿੱਚ ਕੱਲੀਆਂ ਔਰਤਾਂ ਨੇ ਹਾਂਜੀ ਮੋਰਚਾ ਲਾਇਆ ਸੀ, ਉਹ ਬਹੁਤ ਵੱਡੀ ਗੱਲ ਸੀ। ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਗੱਲ ਜਿਹੜੀ ਹੋਰ ਵੀ ਸੀਗੀ, ਉਹ ਮੁਸਲਮਾਨ ਔਰਤਾਂ ਜ਼ਿਆਦਾ ਸੀਗੀਆਂ। ਜਿਹੜੀਆਂ ਔਰਤਾਂ ਬੁਰਕਿਆਂ ਦੇ ਵਿੱਚ ਹੀ ਰਹਿੰਦੀਆਂ ਆ, ਜਿਹੜੀਆਂ ਔਰਤਾਂ ਦਾ ਕੰਮ ਘਰ ਦੀ ਚਾਰਦੀਵਾਰੀ ਦੇ ਵਿੱਚ ਰਹਿ ਕੇ ਬੱਚੇ ਪਾਲਣਾ ਹੀ। ਹੁਣ ਜਦੋਂ ਗੱਲ ਕਰਦੇ ਆ ਅਸੀਂ ਕਿਸਾਨ ਅੰਦੋਲਨ ਦੀ, ਕਿਸਾਨ ਅੰਦੋਲਨ ਦਾ 5 ਜੂਨ ਤੋਂ ਹੀ ਇਹ ਜਿਹੜੇ ਬਿੱਲ ਪਾਸ ਹੋਏ ਆ, ਤੇ ਉਦੋਂ ਤੋਂ ਹੀ ਬਹੁਤ ਸਾਰੀਆਂ ਜਿਹੜੀਆਂ ਕੁੜੀਆਂ ਆ, ਮੈਂ ਉਹਨਾਂ ਨੂੰ ਜਾਣਦੀ ਹਾਂ, ਜਿਹੜੀਆਂ ਪੱਤਰਕਾਰ ਵੀ ਹੈਗੀਆਂ, ਜਿਹੜੀਆਂ ਸਟੂਡੈਂਟ ਯੂਨੀਅਨ 'ਚ ਕੰਮ ਕਰਦੀਆਂ, ਉਹ ਲਗਾਤਾਰ ਉੱਥੇ ਜਾ ਕੇ ਯੂਨੀਅਨਾਂ ਦੇ ਵਿੱਚ ਕੰਮ ਕਰਦੀਆਂ ਹੋਈਆਂ, ਉਹ ਜਾ ਕੇ ਉੱਥੇ ਧਰਨੇ ਮੁਜ਼ਾਹਰਿਆਂ ਦੇ ਵਿੱਚ ਗੱਲ ਕਰਦੀਆਂ ਸੀਗੀਆਂ, ਉਹ ਲੋਕਾਂ ਨੂੰ ਸਮਝਾਉਂਦੀਆਂ ਸੀ। ਫਿਰ ਜਦੋਂ ਮਤਲਬ ਕਿ 26 ਨਵੰਬਰ ਨੂੰ ਇੱਥੇ ਦਿੱਲੀ ਵੱਲ ਨੂੰ ਵੀ ਚੱਲਿਆ, ਉਸ ਵੇਲੇ ਵੀ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਉਹ ਨਾਲ ਚੱਲੀਆਂ ਆ। ਉਹਨਾਂ ਨੇ ਮਤਲਬ ਹੁਣ ਇੱਦਾਂ ਨਹੀਂ ਹੈਗਾ, ਉਹਨਾਂ ਨੂੰ ਸਾਰੇ ਕਾਨੂੰਨ ਜਿਹੜੇ ਆ ਉਹ ਮਤਲਬ ਸਰਕਾਰ ਕੀ ਕਰ ਰਹੀ ਹੈ ਉਹਨਾਂ ਨੂੰ ਪਤਾ। ਇਹ 'ਚ ਚੇਤਨਾ ਦੀ ਗੱਲ ਤੁਸੀਂ ਜਿੱਦਾਂ ਪੁੱਛਿਆ ਵੀ ਚੇਤਨਾ ਆਈ, ਹਾਂ ਇਹ 'ਚ ਕੋਈ ਝੂਠ ਨਹੀਂ ਹੈਗੀ ਵੀ ਉਹਨਾਂ ਦੇ ਵਿੱਚ ਔਰਤਾਂ ਵਿੱਚ ਚੇਤਨਾ ਆਈ ਆ। ਇਹ ਚੇਤਨਾ ਦੀ ਗੱਲ ਹੀ ਆਪਾਂ ਕਰਦੇ ਹਾਂ। ਨੌਦੀਪ ਲੜਕੀ ਜਿਹੜੀ ਆ ਮਜ਼ਦੂਰ ਆਗੂ, ਉਹ ਦਲਿਤ ਪਰਿਵਾਰ ਦੇ ਵਿੱਚੋਂ ਆ, ਯੰਗ ਲੜਕੀ ਆ, ਔਰ ਉਹਨੇ ਮਜ਼ਦੂਰਾਂ ਦੇ ਲਈ ਫਾਈਟ ਕੀਤੀ, ਲੜਾਈ ਕੀਤੀ, ਔਰ ਜ਼ੁਲਮ ਵੀ ਸਹਿਆ। ਹਾਂਜੀ, ਬਹੁਤ ਤਸ਼ੱਦਦ ਹੋਇਆ ਜੇਲ੍ਹ 'ਚ ਉਹਦੇ ਨਾਲ। ਹਾਂਜੀ, ਇਸ ਤਰੀਕੇ ਨਾਲ ਇੰਟਰਨੈਸ਼ਨਲ ਲੈਵਲ ਤੇ ਵੀ ਇਸ ਤਰ੍ਹਾਂ
ਇੰਟਰਨੈਸ਼ਨਲ ਲੈਵਲ ਤੇ ਹੁਣ ਕਿਸਾਨੀ ਅੰਦੋਲਨ ਦੇ ਸੰਬੰਧ ਵਿੱਚ ਦਿਸ਼ਾ ਰਵੀ ਨੇ ਉਹਦੀ ਟੂਲ ਕਿੱਟ ਦੇ ਨਾਂ ਤੇ ਉਹਨੂੰ ਤੇ ਤਸ਼ੱਦਦ ਕਰਨ ਦੀ ਗੱਲ ਕੀਤੀ ਗਈ, ਉਹਦੇ ਤੇ ਪੁੱਠੇ ਸਿੱਧੇ ਕੇਸ ਪਾਉਣ ਦੀ ਗੱਲ ਕੀਤੀ ਗਈ, ਦੇਸ਼ ਧਰੋਹ ਦੇ ਅੱਗੇ। ਇਹ ਚੇਤਨਾ ਤਾਂ ਹੈਗੀ ਆ, ਪਰ ਅਜੇ ਲੱਗਦਾ ਕਿ ਤਸੱਲੀ ਬਖਸ਼ ਚੇਤਨਾ ਆ ਚੁੱਕੀ ਹੈ? ਨਹੀਂ, ਏਦਾਂ ਤਾਂ ਅਜੇ ਤੱਕ ਜਿੰਨਾ ਚਿਰ ਅਜੇ ਤਾਂ ਕੁਝ ਵੀ ਨਹੀਂ ਪ੍ਰਾਪਤ ਕੀਤਾ। ਕੁਝ ਵੀ ਨਹੀਂ ਕੀਤਾ। ਇਹ ਇਕੱਲੇ ਇੰਡੀਆ ਦੀ ਗੱਲ ਨਹੀਂ ਮੈਂ ਕਰਦਾ, ਹਾਂਜੀ, ਮੈਂ ਪੂਰੀ ਸੋਸਾਇਟੀ, ਸਮਾਜ, ਇੰਟਰਨੈਸ਼ਨਲ ਲੈਵਲ ਤੇ ਵੀ ਜੇ ਅਸੀਂ ਇੱਥੇ ਦੀ ਵੀ ਗੱਲ ਕਰੀਏ, ਇੱਥੇ ਜਿੱਦਾਂ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ, ਜਿਹੜੀਆਂ ਆਦੀਵਾਸੀ ਔਰਤਾਂ ਇੱਥੇ ਦੀਆਂ ਵੀ ਹੈਗੀਆਂ, ਉਹਨਾਂ ਦੀ ਵੀ ਹਾਲਤ ਬਹੁਤ ਮਾੜੀ ਆ, ਹੈਨਾ। ਮਤਲਬ ਕਿ ਉਹ ਬਹੁਤ ਵੱਡੀ ਗਿਣਤੀ ਹੈ ਜਿਹੜੀਆਂ ਉਹਨਾਂ ਦਾ ਕੋਈ ਮਿਸਿੰਗ ਆ, ਉਹਨਾਂ ਦਾ ਕੁਝ ਪਤਾ ਹੀ ਨਹੀਂ ਕਿੱਥੇ ਚਲ ਜਾਂਦੀਆਂ ਹੈਨਾ। ਆਮ ਤੌਰ ਤੇ ਹੁੰਦੀਆਂ ਜੀ ਖਬਰਾਂ ਆਉਂਦੀਆਂ ਕਈ ਵਾਰੀ ਕਿਸੇ ਜਵਾਨ ਕੁੜੀ ਦੀ ਮਿਸਿੰਗ ਦੀ ਖਬਰ ਆਉਂਦੀ ਹੈ, ਪਰ ਉਹ ਦੇਖ ਕੇ ਹੀ ਲੱਗਦਾ ਲੱਭਦੀ ਨਹੀਂ ਮੁੜ ਕੇ ਵੀ ਕਿੱਥੇ ਚਲ ਜਾਂਦੀਆਂ, ਮਤਲਬ ਕਿੱਥੇ ਮਰ ਖੱਪ ਜਾਂਦੀਆਂ, ਕੋਈ ਪਤਾ ਨਹੀਂ ਹੈਗਾ। ਉੱਥੇ ਇੰਡੀਆ ਦੇ ਵਿੱਚ ਵੀ ਜਿੱਦਾਂ ਬਹੁਤ ਸਾਰੀਆਂ ਕੁੜੀਆਂ ਹੈਗੀਆਂ ਆ, ਜਿਹੜੀਆਂ ਬੱਚੀਆਂ ਆ, ਉਹਨਾਂ ਦੇ ਨਾਲ ਰੇਪ ਹੋ ਰਹੇ ਆ, ਹੈਨਾ। ਤੇ ਜਿੱਦਾਂ ਅਸੀਂ ਦੇਖਦੇ ਆ, ਜਦੋਂ ਦੀ ਭਾਜਪਾ ਦੀ ਸਰਕਾਰ ਆਈ ਆ, ਜਿਹੜੀਆਂ ਘੱਟ ਗਿਣਤੀਆਂ ਆ, ਜਿਹੜੀਆਂ ਦਲਿਤ ਆ, ਜਿਹੜੇ ਮੁਸਲਿਮ ਆ, ਜਿਹੜੇ ਆਦੀਵਾਸੀ ਆ, ਇਹਨਾਂ ਦੀਆਂ ਔਰਤਾਂ ਦੀ ਹਾਲਤ ਬਹੁਤ ਜ਼ਿਆਦਾ ਜਾਣੀ ਕਿ ਖਰਾਬ ਹੋਈ ਆ। ਇੱਥੋਂ ਤੱਕ ਕਿ ਜੇ ਅਸੀਂ ਸਮਾਜ ਦੀ ਗੱਲ ਕਰੀਏ, ਸਾਡਾ ਸਮਾਜ ਵੀ ਬਹੁਤ ਨਿਘਾਰ ਵੱਲ ਨੂੰ ਗਿਆ। ਜਦੋਂ ਆਸਿਫਾ ਦੇ ਨਾਲ ਉੱਥੇ ਜੰਮੂ ਵਾਲੀ ਜਿਹੜੀ ਕੁੜੀ ਸੀ 8 ਸਾਲ ਦੀ, ਉਹਦੇ ਨਾਲ ਰੇਪ ਹੁੰਦਾ ਆ, ਤੇ ਜਦੋਂ ਉਹਦੇ ਨਾਲ ਰੇਪ ਹੋਇਆ ਤੇ ਜਿਹੜਾ ਰੇਪ ਕਰਨੇ ਵਾਲੇ ਸੀਗੇ ਹੈਨਾ, ਉਹ ਉੱਚੀ ਜਾਤੀ ਦੇ ਸੀਗੇ, ਮੰਦਿਰ ਦੇ ਵਿੱਚ ਉਹਦੇ ਨਾਲ ਰੇਪ ਹੋਇਆ। ਤੇ ਸਭ ਤੋਂ ਜ਼ਿਆਦਾ ਦੁੱਖ ਦੀ ਗੱਲ ਇਹ ਆ ਕਿ ਭਾਜਪਾ ਦੇ ਕੁਝ ਕਾਰਕੁਨ ਤੇ ਵਕੀਲਾਂ ਨੇ ਕਾਲੇ ਕੋਟ ਪਾ ਕੇ ਤਿਰੰਗੇ ਝੰਡੇ ਲੈ ਕੇ ਬਲਾਤਕਾਰੀਆਂ ਦੇ ਹੱਕ ਦੇ ਵਿੱਚ ਮੁਜ਼ਾਹਰਾ ਕੀਤਾ। ਜਾਣੀ ਕਿ ਇਹ ਅੱਗੇ ਹੁੰਦਾ ਸੀ ਵੀ ਧੀ, ਕਿਸੇ ਦੀ ਵੀ ਧੀ ਹੋਵੇ, ਧੀ ਹੁੰਦੀ ਆ, ਪਿੰਡ ਦੀ ਧੀ ਹੁੰਦੀ ਆ। ਅੱਛਾ, ਹੁਣ ਸੁਸਾਇਟੀ ਦੇ ਵਿੱਚ ਜਿਹੜੀ ਨਕਾਰਾਤਮਕ ਜਿਹੜੀ ਚੇਂਜ ਹੈਗੀ ਆ, ਜਿਹੜੀ ਦੁੱਖ ਦੇਣ ਵਾਲੀ ਚੇਂਜ ਆ, ਹਾਥਰਸ ਦੇ ਵਿੱਚ ਇੱਕ ਕੁੜੀ ਦੇ ਨਾਲ ਰੇਪ ਹੁੰਦਾ ਹੈ। ਉੱਥੇ ਜਿਹੜੇ ਅਪਰ ਕਾਸਟ ਦੇ ਲੋਕ ਆ, ਉਹ ਮਹਾ ਪੰਚਾਇਤ ਕਰਦੇ ਆ, ਹੈਨਾ, ਤੇ ਉਹ ਦੋਸ਼ੀਆਂ ਦੇ ਹੱਕ ਦੇ ਵਿੱਚ ਖੜਦੇ ਆ, ਪੂਰੀ ਜਸਟੀਫਾਈ ਕਰਦੇ। ਉਹ ਤਾਂ ਇਹ ਵੀ ਕਹਿੰਦੇ ਵੀ ਰੇਪ ਹੋਇਆ ਹੀ ਨਹੀਂ, ਝੂਠ ਬੋਲਦੇ ਆ, ਤਾਂ ਆਨਰ ਕਿਲਿੰਗ ਆ, ਹਾਲਾਂਕਿ ਉਹ ਸਿੱਧ ਹੋ ਗਿਆ ਵੀ ਉਹ ਰੇਪ ਕੀਤਾ। ਤੇ ਦੂਜੀ ਇੱਕ ਹੁਣ ਪਿੱਛੇ ਜਿਹੇ ਦੀ ਘਟਨਾ ਆ, ਹਾਥਰਸ ਦੇ ਵਿੱਚ ਹੀ ਉਹ ਕੁੜੀ ਦੇ ਨਾਲ ਰੇਪ ਕੀਤਾ ਤੇ ਉਹਦੇ ਪਿਓ ਨੂੰ ਗੋਲੀ ਮਾਰ ਕੇ ਮਾਰ ਦਿੱਤਾ, ਹੈਨਾ। ਸੋ ਸਮਾਜ ਜਿਹੜਾ ਸਾਡਾ ਜਿਹੜਾ ਨਗਾਰ ਵੱਲ ਨੂੰ ਜਾ ਰਿਹਾ ਆ, ਇਹ ਬਹੁਤ ਚਿੰਤਾ ਦਾ ਵਿਸ਼ਾ ਆ, ਕਿਉਂਕਿ ਇਹ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਸੀ, ਸਦੀਆਂ ਤੋਂ। ਇਹਨਾਂ ਸਾਰੀਆਂ ਘਟਨਾਵਾਂ ਦੀ ਜਿਹੜਾ ਤੁਸੀਂ ਜ਼ਿਕਰ ਕੀਤਾ, ਤੁਸੀਂ ਨਾਲੇ ਵੀ ਕਿਹਾ ਸਮਾਜ ਨਿਗਾਰ ਵੱਲ ਨੂੰ ਜਾਂਦਾ, ਸਮਾਜ ਜ਼ਿੰਮੇਵਾਰ ਆ ਜਾਂ ਸਰਕਾਰ ਜ਼ਿੰਮੇਵਾਰ ਆ? ਸਰਕਾਰ ਜ਼ਿੰਮੇਵਾਰ ਆ, ਸਮਾਜ ਨਹੀਂ ਜ਼ਿੰਮੇਵਾਰ। ਸਮਾਜ ਜ਼ਿੰਮੇਵਾਰ ਹੈਗਾ, ਪਰ ਜਿਹੜੀ ਸਰਕਾਰ ਆ ਨਾ, ਉਹ ਹੱਲਾਸ਼ੇਰੀ ਦੇ ਰਹੀ ਆ, ਹੈਨਾ। ਜਦੋਂ ਕੋਈ ਘਟਨਾ ਵਾਪਰਦੀ ਆ, ਜਿਹੜੀ ਸਰਕਾਰ ਦੀ ਜਿਹੜੀ ਮਤਲਬ ਉਹਦਾ ਖਾਕਾ ਹੀ ਇਦਾਂ ਦਾ ਆ, ਉਹ ਫਾਸ਼ੀਵਾਦੀ ਵੀ ਹੈਗੀ ਆ, ਉਹ ਜਿੱਦਾਂ ਮਨੂ ਸਮ੍ਰਿਤੀ ਵਾਲੀ ਜਿਹੜੀ ਸੋਚ ਹੈਗੀ, ਉਹਦੇ ਵਿੱਚ ਜਿਹੜੀ ਔਰਤ ਆ, ਉਹਨੂੰ ਮਤਲਬ ਕਿ ਘਰ ਦੀ ਚਾਰ ਦੀਵਾਰੀ ਦੇ ਵਿੱਚ ਹੀ ਰਹਿਣਾ ਚਾਹੀਦਾ। ਮੈਨੂੰ ਲੱਗਦਾ ਤੁਹਾਨੂੰ ਇਹ ਕਹਿਣਾ ਚਾਹੀਦਾ ਕਿ ਅਸਲ ਵਿੱਚ ਆਪਾਂ ਸਮਾਜ ਦੇ ਨਿਘਾਰ ਦੀ ਗੱਲ ਕਰਦੇ ਹਾਂ, ਜਿਹੜੇ ਲੋਕ ਸਮਾਜਿਕ ਤੌਰ ਤੇ ਇਹ ਕੰਮਾਂ 'ਚ ਜੁਟੇ ਹੋਏ ਆ, ਹਾਂਜੀ, ਔਰਤ ਨੂੰ ਦਬਾਉਣ ਦੇ ਲਈ, ਉੱਤੇ ਅਤਿਆਚਾਰ ਜ਼ੁਲਮ ਕਰਨ ਦੇ ਲਈ, ਉਹਨਾਂ ਨੂੰ ਸਰਪ੍ਰਸਤੀ ਸਰਕਾਰ ਵੱਲੋਂ ਉਹਨੂੰ ਬਿਲਕੁਲ ਹੈਗੀ ਆ। ਜਦੋਂ ਹਾਥਰਸ ਕਾਂਡ ਹੋਇਆ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਮਿਨਿਸਟਰ ਸੀਗੇ, ਉਹ ਯੂਪੀ ਦੇ ਸੀਗੇ ਜਾਂ ਹੋਰ ਵੀ ਸੀ, ਉਹ ਸਾਰੇ ਕਹਿੰਦੇ ਸੀਗੇ ਵੀ ਔਰਤਾਂ ਕਰਨ ਕੀ ਜਾਂਦੀਆਂ ਬਾਹਰ, ਉਹਨਾਂ ਨੂੰ ਘਰ ਰਹਿਣਾ ਚਾਹੀਦਾ। ਈਵਨ ਜਦੋਂ ਦਿੱਲੀ ਵਾਲਾ ਕਾਂਡ ਹੋਇਆ ਸੀ, ਕੁੜੀ ਦਾ ਰੇਪ ਹੋਇਆ ਸੀ, ਉਸ ਵੇਲੇ ਵਕੀਲ ਤੱਕ ਕਹਿ ਰਿਹਾ ਸੀਗਾ, ਕਹਿੰਦਾ ਵੀ ਜਿਹੜੀਆਂ ਕੁੜੀਆਂ ਆ ਉਹਨਾਂ ਨੂੰ ਘਰ ਰਹਿਣਾ ਚਾਹੀਦਾ, ਜਿਹੜੀਆਂ ਕੁੜੀਆਂ ਰਾਤ ਨੂੰ ਬਾਹਰ ਨਿਕਲਦੀਆਂ ਉਹ ਚੰਗੀਆਂ ਨਹੀਂ ਹੁੰਦੀਆਂ। ਉਹਨੂੰ ਪੱਤਰਕਾਰ ਪੁੱਛਦੀ ਆ ਵੀ ਤੈਨੂੰ ਪਤਾ ਤੂੰ ਕੀ ਕਹਿ ਰਿਹਾ ਮੀਡੀਆ ਦੇ ਸਾਹਮਣੇ? ਕਹਿੰਦਾ ਹਾਂ, ਜੇ ਮੇਰੀ ਕੁੜੀ ਜਾਊਗੀ ਮੈਂ ਤਾਂ ਉਹਨੂੰ ਗੋਲੀ ਮਾਰ ਕੇ ਮਾਰ ਦਊਂਗਾ। ਸੁਪਰੀਮ ਕੋਰਟ ਦੇ ਚੀਫ ਜਸਟਿਸ ਕਹਿ ਰਿਹਾ ਆ ਕਿ ਜੇ ਕੋਈ ਕਿਸੇ ਨਾਲ ਰੇਪ ਕਰਦਾ, ਉਹਦੇ ਨਾਲ ਵਿਆਹ ਕਰਾਉਣਾ, ਹੈਨਾ। ਸੋ ਇਹ ਮਤਲਬ ਕਿ ਜਿਹੜੇ ਲੋਕਾਂ ਦੇ ਵਿੱਚ ਹੱਥਾਂ ਦੇ ਵਿੱਚ ਰਾਜ ਸੱਤਾ, ਜਿਹੜੀ ਮਾਨਸਿਕਤਾ ਜਿਹੜੀ ਇਸ ਤਰੀਕੇ ਦੀ ਬਣੀ ਹੈ, ਇਹ ਮਤਲਬ ਕਿ ਰੂੜੀਵਾਦੀ ਮਾਨਸਿਕਤਾ ਹੈ, ਇਹ ਮਨੂ ਸਮ੍ਰਿਤੀ ਵਾਲੀ ਮਾਨਸਿਕਤਾ ਹੈ, ਜਿਹੜੀ ਮਤਲਬ ਔਰਤ ਨੂੰ ਜਿਹੜੀ ਕਹਿੰਦੀ ਆ ਵੀ ਸ਼ੂਦਰ, ਢੋਰ, ਪਸ਼ੂ ਤੇ ਨਾਰੀ, ਇਹ ਸਭ ਤਾੜਨ ਦੇ ਅਧਿਕਾਰੀ, ਹੈਨਾ। ਮਤਲਬ ਕਿ ਅਸੀਂ ਇਹ ਗੱਲ ਬਹੁਤ ਦੇਰ ਪਹਿਲਾਂ ਹੋਈ, ਪਰ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਉਹਨਾਂ ਦੀ ਗੱਲ ਦਾ, ਉਹਨਾਂ ਦੇ ਉਪਦੇਸ਼ ਦਾ ਕੋਈ ਅਸਰ ਨਹੀਂ ਪਿਆ ਸਾਡੀ ਸੋਸਾਇਟੀ ਤੇ? ਉਹਨਾਂ ਦਾ ਮਤਲਬ ਕਿ ਪਿਆ, ਦੇਖੋ ਉਹਨਾਂ ਨੇ ਵੀ ਉਸ ਸਮੇਂ ਬਹੁਤ ਵੱਡੀ ਗੱਲ ਕਹੀ। ਨਹੀਂ, ਉਹਨਾਂ ਨੇ ਕਹੀ ਹੈ, ਪਰ ਅਸੀਂ ਕੀ ਕਬੂਲਿਆ? ਹਾਂ, ਅਸੀਂ ਮੈਨੂੰ ਲੱਗਦਾ ਨਹੀਂ ਵੀ ਜ਼ਿਆਦਾ ਕਬੂਲਿਆ, ਅਸੀਂ ਕਬੂਲਿਆ ਹੀ ਨਹੀਂ। ਇਹ ਉਹਨਾਂ ਦੇ ਗੁਰੂ ਨਾਨਕ ਸਾਹਿਬ ਦੇ ਕਹਿਣ ਦੇ ਬਾਵਜੂਦ ਵੀ ਈਵਨ ਸਿੱਖ ਧਰਮ ਵਿੱਚ ਵੀ ਔਰਤ ਨੂੰ ਉਦਾਂ ਦਾ ਮਾਨ ਸਨਮਾਨ ਨਹੀਂ ਹੈਗਾ।
ਨਹੀਂ, ਉਹ ਤਾਂ ਬਿਲਕੁਲ ਗੱਲ ਸਾਫ਼ ਹੀ ਹੈ। ਉੱਥੇ ਅਜੇ ਵੀ ਜਿਹੜੀਆਂ ਔਰਤਾਂ ਨੂੰ ਅਜੇ ਵੀ ਜਿਹੜਾ ਹਰਮੰਦਰ ਸਾਹਿਬ ਦੇ ਵਿੱਚ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ, ਗੁਰੂ ਗ੍ਰੰਥ ਸਾਹਿਬ ਤਾਬਿਆਂ ਨਹੀਂ ਬੈਠਣ ਦਿੱਤਾ ਜਾਂਦਾ, ਉਹ ਤਾਂ ਹੈਗਾ ਹੀ ਆ। ਉਹਨਾਂ ਤੇ ਪਾਬੰਦੀ ਲਾਈ ਜਾਂਦੀ ਹੈ ਕਿ ਤੁਸੀਂ ਪਾਰਟਿਕੂਲਰ ਡੇਜ਼ ਹੈਗੇ, ਤੁਸੀਂ ਉਦੋਂ ਆਉਣਾ ਨਹੀਂ। ਹਾਂਜੀ, ਹਿੰਦੁਸਤਾਨ ਦੇ ਵਿੱਚ ਤਾਂ ਔਰਤਾਂ ਨੂੰ ਮੰਦਿਰਾਂ ਵਿੱਚ ਜਾਣ ਦੀ ਮਨਾਹੀ ਹੈ। ਫਿਰ ਅਸੀਂ ਕੀ ਸੋਚਦੇ ਹਾਂ ਕਿ ਇੰਨੇ ਸਾਲਾਂ ਤੋਂ ਇਹ ਔਰਤ ਦਿਵਸ ਮਨਾਉਣ ਦੀ ਗੱਲ ਹੈ, ਅਸੀਂ ਉਹ ਇੱਕ ਸਿਰਫ ਫਾਰਮੈਲਿਟੀ ਨਹੀਂ ਹੋ ਰਹੀ, ਪ੍ਰੈਕਟੀਕਲ ਤਾਂ ਜੇ ਅਸੀਂ ਉਹਨਾਂ ਲੋਕਾਂ ਦੇ ਵਿੱਚ ਕੋਈ ਚੇਂਜ, ਉਹਨਾਂ ਦੇ ਸਮਾਜਿਕ ਤੌਰ ਤੇ, ਉਹਨਾਂ ਦੇ ਜ਼ਹਿਨੀ ਤੌਰ ਤੇ, ਦਿਮਾਗੀ ਤੌਰ ਤੇ ਕੋਈ ਤਬਦੀਲੀ ਲਿਆ ਹੀ ਨਹੀਂ ਸਕੇ। ਐਕਚੁਅਲੀ ਗੱਲ ਇਹ ਆ ਵੀ ਜਿਨ੍ਹਾਂ ਲੋਕਾਂ ਦੀ, ਜਿੱਦਾਂ ਹੁਣ ਔਰਤਾਂ ਜਿਹੜੀਆਂ ਫੈਕਟਰੀਆਂ 'ਚ ਕੰਮ ਕਰਦੀਆਂ ਆ, ਜਿਹੜੀਆਂ ਘਰਾਂ 'ਚ ਕੰਮ ਕਰਦੀਆਂ ਆ, ਜਿਹੜੀਆਂ ਮਿੱਲਾਂ 'ਚ ਕੰਮ ਕਰਦੀਆਂ ਆ, ਜਿਹੜੀਆਂ ਪ੍ਰਾਈਵੇਟ ਅਦਾਰਿਆਂ 'ਚ ਕੰਮ ਕਰਦੀਆਂ, ਉਹਨਾਂ ਦੀ ਹਾਲਤ ਜਿਹੜੀ ਹੈਗੀ ਹੋਰ ਵੀ ਮਾੜੀ ਆ। ਪਰ ਉਹਨਾਂ 'ਚ ਚੇਤਨਾ ਪਤਾ ਹੀ ਨਹੀਂ ਹੈਗਾ, ਪਰ ਚੇਤਨਾ ਹੁਣ ਆ ਰਹੀ ਆ। ਮੀਡੀਆ ਜਿਹੜਾ ਸੋਸ਼ਲ ਮੀਡੀਆ ਜਿੱਥੇ ਇਹਦਾ ਨੁਕਸਾਨ ਹੈ ਉੱਥੇ ਫਾਇਦਾ ਵੀ ਆ ਰਹੀ ਆ ਹੁਣ ਚੇਤਨਾ। ਲੋਕੀ ਜਾਗਰਤ ਹੋ ਰਹੇ ਆ। ਜਿਹੜੀਆਂ ਕੁੜੀਆਂ ਅੱਜ ਸਾਡੇ ਸੰਘਰਸ਼ਾਂ ਦੇ ਵਿੱਚ ਆ ਕੇ ਗੱਲਾਂ ਕਰ ਰਹੀਆਂ ਆ, ਜਿਹੜੀਆਂ ਬਜ਼ੁਰਗ ਔਰਤਾਂ ਉਹ ਮਤਲਬ ਕਿ ਉਹ ਜਵਾਬ ਦੇ ਰਹੀਆਂ ਆ, ਹਨਾ, ਉਹ ਚੇਤਨਾ ਦਾ ਹੀ ਕਾਰਨ ਆ। ਅੱਜ ਕਿਸਾਨ ਅੰਦੋਲਨ ਦੇ ਵਿੱਚ ਤੁਸੀਂ ਕਿਸੇ ਵੀ ਔਰਤ ਦੇ ਨਾਲ ਗੱਲ ਕਰ ਲਓ, ਉਹਨਾਂ ਨੇ ਈਵਨ ਗੀਤ, ਬੋਲੀਆਂ, ਟੱਪੇ, ਬੈਣ, ਉਹਨੇ ਹਨਾ ਕਿਸਾਨ ਅੰਦੋਲਨ ਨੂੰ ਸਮਰਪਿਤ ਸਾਰਾ ਕੁਝ ਹੀ ਲਿਖ ਮਾਰਿਆ ਹੈ, ਹਨਾ। ਉਹ ਕਹਿੰਦੀਆਂ ਆ, ਮੈਂ ਦੇਖਦੀ ਸੀ ਵੀ ਉਹ ਕਹਿੰਦੀਆਂ ਵੀ ਜਿੰਨਾ ਚਿਰ ਅੰਦੋਲਨ ਚੱਲਦਾ ਆ ਅਸੀਂ ਇੱਥੇ ਰਵਾਂਗੇ, ਖੁੱਲ ਵਸਾਂ ਨੂੰ, ਹਾਂ ਅਸੀਂ ਇੱਥੇ ਰਵਾਂਗੇ। ਅਸੀਂ ਮੈਂ ਪੁਰਾਣੀ ਗੱਲ ਕਰਨੀ ਚਾਹੁੰਦਾ, ਤੁਸੀਂ ਰੰਗਮੰਚ ਨਾਲ ਜੁੜੇ ਰਹੇ ਹੋ। ਹਾਂਜੀ, ਗੁਰਸ਼ਰਨ ਭਾਜੀ ਨੇ ਸਭ ਤੋਂ ਪਹਿਲਾਂ ਆਪਦੀਆਂ ਬੱਚੀਆਂ ਨੂੰ, ਦੋਨਾਂ ਨੂੰ, ਹਾਂਜੀ, ਨਵਰੀਤ, ਡਾਕਟਰ ਨਵਰੀਤ ਨਾਂ, ਇੱਕ ਦੂਜੀ ਦਾ ਮੈਨੂੰ ਨਾਂ ਨਹੀਂ ਯਾਦ, ਰੀਤ ਤੇ ਨਵਸ਼ਰਨ, ਹਾਂਜੀ, ਤੇ ਇਹਨਾਂ ਬੱਚੀਆਂ ਦੋਨਾਂ ਨੂੰ ਸਟੇਜ ਤੇ ਲੈ ਕੇ ਆਂਦਾ ਆਪਦੇ ਨਾਲ। ਹਾਂਜੀ, ਉਹਨਾਂ ਨੇ ਆਪਣੀ ਮਿਸਿਸ ਨੂੰ ਵੀ ਲੈ ਕੇ ਆਂਦਾ। ਅਸੀਂ ਭਾਜੀ ਗੁਰਸ਼ਰਨ ਕਹਿੰਦੇ ਤੇ ਉਹਨਾਂ ਦੀ ਵਾਈਫ ਨੂੰ ਅਸੀਂ ਭਾਬੀ ਜੀ ਕਹਿੰਦੇ, ਭਾਵੇਂ ਸਾਡੇ ਤੋਂ ਜਿੰਨੇ ਮਰਜ਼ੀ ਵੱਡੇ ਸੀ। ਹਾਂਜੀ, ਠੀਕ ਹੈ ਜੀ। ਤੇ ਉਹ ਭਾਬੀ ਜੀ ਵੀ, ਭਾਜੀ ਵੀ, ਤੇ ਦੋਨੋਂ ਬੱਚੀਆਂ ਜਿਹੜੀਆਂ ਉਹ ਨਾਟਕ ਦੇ ਵਿੱਚ ਰੋਲ ਅਦਾ ਕਰਦੀਆਂ ਹੁੰਦੀਆਂ ਸੀਗੀਆਂ। ਤੇ ਲੋਕਾਂ ਦੇ ਵਿੱਚ ਇੱਕ ਚੇਤਨਾ ਨਵੀਂ ਆਈ ਕਿ ਇਹ ਚੰਗਾ ਭਲਾ ਸਰਦਾਰ ਹੈ। ਹਾਂਜੀ, ਇਹ ਵੀ ਕਹਿੰਦਾ ਕਿ ਮੈਂ ਇੰਜੀਨੀਅਰ ਹਾਂ, ਇਹ ਵੀ ਕਹਿੰਦਾ ਕਿ ਮੈਂ ਖਾਂਦੇ ਪੀਂਦੇ ਪਰਿਵਾਰ ਦੇ ਵਿੱਚੋਂ, ਹਾਂ, ਰੱਜੇ ਪੁੱਜੇ ਪਰਿਵਾਰ। ਤੇ ਇਹ ਆਪਦੇ ਬੱਚਿਆਂ ਨੂੰ ਲੈ ਕੇ ਆਏ ਤੇ ਉਹਨਾਂ ਨਾਲ ਉਤਸ਼ਾਹ ਵੀ ਮਿਲਿਆ। ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਉਸ ਉਤਸ਼ਾਹ ਦੀ ਗੱਲ ਦੱਸਦਾ ਕਿ ਇਹਦੇ ਬਾਵਜੂਦ ਬਹੁਤ ਕਈ ਸਾਲਾਂ ਤੱਕ ਵੀ ਹੋਰ ਲੜਕੀਆਂ ਸਟੇਜ ਤੇ ਨਹੀਂ ਆਈਆਂ। ਹਾਂਜੀ, ਬਹੁਤ ਘੱਟ, ਬਹੁਤ ਟਾਵੇਂ ਕੋਈ ਪਰਿਵਾਰ ਦੇ ਵਿੱਚੋਂ। ਮੈਂ ਸੁਮਨਲਤਾ ਹੁਣਾਂ ਨੂੰ ਦੇਖਦੀ ਹੁੰਦੀ ਸੀ। ਮੈਂ ਸੁਮਨਲਤਾ ਦੀ ਗੱਲ ਤੁਹਾਡੇ ਨਾਲ ਲੱਗਾ ਸੀ ਕਰਨ। ਉਹਨਾਂ ਨੂੰ, ਹਾਂਜੀ, ਮਨਜੀਤ ਭੱਟੀ ਹੁੰਦੇ ਸੀ, ਉਹਦੇ ਸੁਰਜੀਤ ਭੱਟੀ ਦੇ ਵਾਈਫ, ਉਹ ਨਾਟਕਾਂ ਆਉਂਦੇ ਹੁੰਦੇ ਸੀ, ਛੋਟੇ ਛੋਟੇ ਹੁੰਦੇ ਸੀਗੇ। ਮੈਂ ਸੁਮਨਲਤਾ ਦੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ। ਸੁਮਨਲਤਾ ਦੀ ਬੇਟੀ ਨਿਸ਼ਾ ਨਾਲ ਮੇਰੀ ਗੱਲ ਹੋਈ ਕੱਲ। ਹਾਂਜੀ, ਮੈਂ ਉਹਨਾਂ ਕੋਲ ਗੱਲ ਕਰਨੀ ਸੀ। ਉਹ ਫਗਵਾੜੇ ਰਹਿੰਦੇ ਤੇ ਉਹਨਾਂ ਨੇ ਕਲਾ ਸੰਗਮ ਫਗਵਾੜਾ ਇਦਾਂ ਦਾ ਨਾਂ ਕਰਕੇ ਸੰਸਥਾ ਵੀ ਬਣਾਈ ਹੋਈ ਹੈ। ਤੇ ਉਹ ਬੱਚੀ ਨਾਲ ਮੈਂ ਗੱਲਬਾਤ ਕਰਕੇ ਉਹ ਬੜੀ ਖੁਸ਼ ਹੋਈ, ਕਹਿੰਦੀ ਅੰਕਲ ਬੜੇ ਸਾਲਾਂ ਬਾਅਦ ਤੁਹਾਨੂੰ ਵੇਖਿਆ। ਮੈਂ ਉਹਨਾਂ ਨੂੰ ਵੀ ਬਹੁਤ ਸਾਲਾਂ ਬਾਅਦ ਦਿੱਲੀ ਦੇ ਮੋਰਚੇ 'ਚ ਦੇਖਿਆ, ਸੁਮਨਲਤਾ ਜੀ ਨੂੰ ਵੀ। ਤੇ ਮੈਂ ਵੈਸੇ ਹੀ ਪੁੱਛਿਆ, ਮੈਂ ਕਿਹਾ ਬੇਟੇ ਮੰਮਾ ਕਿੱਥੇ, ਭੈਣ ਜੀ ਕਿੱਥੇ ਸੁਮਨ? ਉਹ ਕਹਿੰਦੇ ਜੀ ਉਹਨੂੰ ਤਾਂ 3 ਮਹੀਨੇ ਹੋ ਗਏ ਦਿੱਲੀ ਗਏ ਹੋਏ, ਉਹ ਤਾਂ ਵਾਪਸ ਹੀ ਨਹੀਂ ਆਏ ਉੱਥੋਂ। ਤੇ ਮੈਂ ਹੀ ਉਹਨਾਂ ਨੂੰ ਮਿਲਿਆ ਉਹਨੇ ਜਾ ਕੇ, ਤੇ ਅੱਜ ਵੀ ਮੈਂ ਚੱਲੀ ਹਾਂ। ਤੇ ਮੈਂ ਕਿਹਾ ਉੱਦਾਂ ਠੀਕ ਠਾਕ? ਕਹਿੰਦੀ ਜੀ ਉਹਨਾਂ ਤੇ ਸੱਟ ਲੱਗ ਗਈ ਸੀ ਬਹੁਤ ਜ਼ਿਆਦਾ। ਉਹ ਟਿੱਕਰੀ ਬਾਰਡਰ ਤੋਂ ਇੱਕ ਵਾਰੀ ਭਾਸ਼ਣ ਦੇਣ ਤੋਂ ਬਾਅਦ ਸਿੰਘੂ ਬਾਰਡਰ ਵੱਲ ਨੂੰ ਆਉਂਦੇ ਪਏ ਸੀਗੇ, ਟੈਂਪੂ 'ਚ ਕਿਸੇ 'ਚ ਜਾਂ 4 ਵੀਲਰ ਜਿਹੜਾ ਵੀ ਕਹੂਗਾ 3 ਵੀਲਰ 4 ਵੀਲਰ, ਉਹਦੇ 'ਚ ਬੈਠੇ ਸੀਗੇ। ਉਹ ਪਲਟ ਗਿਆ, ਸੱਟ ਲੱਗੀ, ਕਈ ਦਿਨ ਉਹਨਾਂ ਕੋਲੋਂ ਉੱਠਿਆ ਨਹੀਂ ਗਿਆ, ਲੱਤ ਤੇ ਸੱਟ ਲੱਗ ਗਈ, ਉਹ ਬੜੇ ਪਰੇਸ਼ਾਨ ਹੋਏ, ਤੁਰਨਾ ਵੀ ਔਖਾ ਹੋ ਗਿਆ। ਸੋ ਮਤਲਬ ਇਹੋ ਜਿਹੀ ਗੱਲ, ਉਹ ਲੋਕ ਜਿਨ੍ਹਾਂ ਨੇ ਉਤਸ਼ਾਹ ਲੈ ਕੇ ਕੰਮ ਕਰਨਾ ਸ਼ੁਰੂ ਕੀਤਾ, ਇਹਦਾ ਮਤਲਬ ਦਿਮਾਗੀ ਤੌਰ ਤੇ ਚੇਤਨ ਹੋ ਚੁੱਕੇ ਹੈ, ਪਰ ਉਹਦੀ ਗਿਣਤੀ ਘੱਟ ਹੈ। ਹਾਂਜੀ, ਮੈਂ ਭਾਜੀ ਦੀ ਹੋਰ ਵੀ ਗੱਲ ਕਰਨਾ ਚਾਹੁੰਦੀ ਹਾਂ। ਉਹ ਔਰਤਾਂ ਨੂੰ ਗਾਲਾਂ ਕੱਢਣ ਦੇ ਬਹੁਤ ਵਿਰੋਧ ਵਿੱਚ ਸੀਗੇ। ਵੀ ਜਦੋਂ ਕੋਈ ਬੰਦਾ ਔਰਤਾਂ ਨੂੰ ਗਾਲਾਂ ਕੱਢਦਾ ਸੀਗਾ ਤੇ ਉਹ ਇਸ ਚੀਜ਼ ਦਾ ਬਹੁਤ ਵਿਰੋਧ ਕਰਦੇ ਸੀ। ਇਹ ਤਾਂ ਹੈ ਹੀ ਆ ਸਾਡੇ ਸਮਾਜ 'ਚ, ਮਾਂ ਦੀ ਗਾਲ ਕੱਢਣੀ, ਭੈਣ ਦੀ ਗਾਲ ਕੱਢਣੀ। ਜਿਹੜਾ ਦੂਜਾ ਸੀ ਵੀ ਔਰਤਾਂ ਦੇ ਜਿਹੜੇ ਫਾਰਮ ਹੁੰਦੇ ਸੀ, ਜਿਹੜੀ ਐਡਮਿਸ਼ਨ ਹੁੰਦੀ ਸੀ, ਉਹਦੇ ਵਿੱਚ ਔਰਤਾਂ ਦਾ ਨਾਂ ਨਹੀਂ ਸੀ ਹੁੰਦਾ, ਕੱਲਾ ਪਿਓ, ਜਿਹੜੇ ਪਿਓ ਦਾ ਨਾਂ ਹੀ ਹੁੰਦਾ ਸੀ। ਫਾਰਮ ਨਹੀਂ, ਸਰਟੀਫਿਕੇਟ ਦੇ ਉੱਪਰ ਜਿਹੜੇ ਹੁੰਦੇ ਸੀਗੇ, ਉਹ ਸਰਟੀਫਿਕੇਟ ਦੇ ਉੱਪਰ ਜਿਹੜਾ ਪਿਓ ਦਾ ਨਾਂ ਆ ਉਹ ਗੁਰਸ਼ਰਨ ਸਿੰਘ ਹੋਣਾ ਕਰਕੇ ਆਇਆ। ਉਹਨਾਂ ਨੇ ਇਸ ਗੱਲ, ਮਾਂ ਦਾ ਨਾਂ ਜਿਹੜਾ ਆ ਉਹ ਪਹਿਲਾਂ ਸਨ ਆਫ ਡਾਟਰ ਆਫ ਹੀ ਹੁੰਦਾ ਸੀਗਾ। ਪਰ ਇੱਕ ਮਾਂ ਦਾ ਨਾਂ, ਜਿਹੜਾ ਮਾਂ ਦਾ ਕਾਲਮ ਬਣਿਆ, ਉਹ ਗੁਰਸ਼ਰਨ ਸਿੰਘ ਹੋਣਾ ਕਰਕੇ ਹੀ ਬਣਿਆ। ਉਹਨਾਂ ਨੇ ਬਣਵਾਇਆ। ਉਹਨਾਂ ਨੇ ਐਜੂਕੇਸ਼ਨ ਬੋਰਡ ਦੇ ਵਿਹੜੇ 'ਚ ਜਾ ਕੇ ਕਈ ਦਿਨ ਹੜਤਾਲ ਕੀਤੀ, ਨਾਟਕ ਕੀਤਾ, ਉੱਚੀ ਉੱਚੀ ਬੋਲੇ, ਤੇ ਕਈ ਦਿਨਾਂ ਬਾਅਦ ਜਿਹੜੇ ਐਜੂਕੇਸ਼ਨ ਬੋਰਡ ਦੇ ਡਾਇਰੈਕਟਰ ਸੀਗੇ, ਉਹਨਾਂ ਨੇ ਆਪ ਆ ਕੇ ਨਾਲੇ ਤੇ ਮਾਫੀ ਮੰਗੀ, ਨਾਲੇ ਅਨਾਉਂਸ ਕੀਤਾ
ਕਿ ਅੱਜ ਤੋਂ ਬਾਅਦ ਜੇ ਬੱਚੇ ਦਾ ਕੋਈ ਸਰਟੀਫਿਕੇਟ ਅਸੀਂ ਇਸ਼ੂ ਕਰਾਂਗੇ ਐਜੂਕੇਸ਼ਨ ਬੋਰਡ ਵੱਲੋਂ, ਉਹਦੇ ਫਾਦਰ ਦਾ ਨਾਂ ਤੇ ਨਾਲ ਮਦਰ ਦਾ ਨਾਂ ਵੀ ਹੋਊਗਾ। ਉਹ ਅੱਜ ਤੱਕ ਹੁੰਦਾ ਆ ਰਿਹਾ। ਮੈਨੂੰ ਐਫਰਟਸ ਕਰਨ ਦੀ ਗੱਲ ਆ, ਪਹਿਲ ਕਦਮ ਕਰਨ ਦੀ ਲੋੜ ਹੈ। ਜੇ ਪਹਿਲ ਕਦਮੀ ਗੁਰਸ਼ਰਨ ਭਾਜੀ ਕਰ ਸਕਦੇ ਆ ਤੇ ਔਰਤਾਂ ਵੀ ਤਾਂ ਕਰ ਹੀ ਸਕਦੀਆਂ ਜਿਹੜੀਆਂ ਚੇਤਨ ਹੋ ਚੁੱਕੀਆਂ। ਜੇ ਆਪਾਂ ਦੇਖੀਏ ਔਰਤਾਂ ਬਹੁਤ ਗਿਣਤੀ ਵਿੱਚ ਚੇਤਨ ਵੀ ਹੋ ਚੁੱਕੀਆਂ। ਕਸ਼ਮੀਰ ਦੇ ਵਿੱਚ ਜਦੋਂ ਇਹਨਾਂ ਨੇ ਕਸ਼ਮੀਰ ਨੂੰ ਜੇਲ੍ਹ ਬਣਾ ਕੇ ਰੱਖਿਆ, ਉੱਥੇ ਬਹੁਤ ਸਾਰੀਆਂ ਪੱਤਰਕਾਰ ਕੁੜੀਆਂ ਬੋਲੀਆਂ, ਭਾਵੇਂ ਕਿ ਉਹਨਾਂ ਤੇ ਤਸ਼ੱਦਦ ਵੀ ਕੀਤੇ। ਮਿਲਟਰੀ ਨੇ ਜਿਹੜੇ ਹੈਗੇ ਆ, ਮਿਲਟਰੀ ਨੇ ਜਾਂ ਸਰਕਾਰ ਨੇ ਉੱਥੇ ਬਹੁਤ ਸਾਰੀਆਂ ਔਰਤਾਂ ਦੇ ਨਾਲ ਬਲਾਤਕਾਰ ਕੀਤਾ। ਜੇ ਅਸੀਂ ਇਹ ਦੇਖੀਏ ਉੱਥੇ ਔਰਤਾਂ ਦੀ ਹਾਲਤ, ਜੋ ਗੁਜਰਾਤ ਦੇ ਵਿੱਚ 84 ਦੇ ਦੰਗਿਆਂ ਵਿੱਚ ਜਦੋਂ ਸਿੱਖ ਕਤਲੇਆਮ ਜਿਹੜਾ ਹੋਇਆ ਦਿੱਲੀ ਦਾ, ਉਹਦੇ ਵਿੱਚ ਔਰਤਾਂ ਦੇ ਨਾਲ ਬਹੁਤ ਬੇਪਤੀ ਹੋਈ ਆ, ਹੈਨਾ। ਅੱਜ ਵੀ ਜੇ ਕੋਈ ਘਟਨਾ ਹੁੰਦੀ ਆ ਉਹਦੇ ਵਿੱਚ ਔਰਤਾਂ ਜਿਹੜੀਆਂ ਹੈਗੀਆਂ ਆ ਉਹਨਾਂ ਦੇ ਨਾਲ, ਹੁਣ ਤੁਸੀਂ ਸੋਸ਼ਲ ਮੀਡੀਆ ਦੀ ਆਪਾਂ ਗੱਲ ਕਰ ਲਈਏ, ਸਭ ਤੋਂ ਜ਼ਿਆਦਾ ਜਿਹੜਾ ਹੁਣ ਹੈਗਾ ਆ ਸੋਸ਼ਲ ਮੀਡੀਆ ਤੇ ਕੁਛ ਵੀ ਚੱਲਦਾ ਆ, ਹੈਨਾ। ਔਰਤਾਂ ਨੂੰ ਜੇ ਕੋਈ ਔਰਤ ਉੱਥੇ ਗੱਲ ਕਰਦੀ, ਜੇ ਵਿਚਾਰਾਂ ਦੀ ਜਿਹੜੀ ਵਿਰੋਧਤਾ ਹੈ ਉਹਦੇ ਵਿੱਚ ਔਰਤਾਂ ਨੂੰ ਗਾਲਾਂ ਕੱਢਣੀਆਂ, ਹੈਨਾ। ਆ ਪਿੱਛੇ ਆਹ ਮੋਰਚੇ ਦੇ ਵਿੱਚ ਹੀ ਉਹ ਸੋਨੀਆ ਮਾਨ ਕੁੜੀ ਸੀਗੀ, ਉਹਨੂੰ ਗਾਲਾਂ ਕੱਢਣੀਆਂ। ਬਲਦੇਵ ਮਾਨ ਦੀ ਬੇਟੀ ਆ, ਮਤਲਬ ਕਿ ਜਿਨ੍ਹਾਂ ਲੋਕਾਂ ਨੂੰ ਪਤਾ ਵੀ ਨਹੀਂ ਬਲਦੇਵ ਮਾਨ ਕੌਣ ਸੀ, ਕੀ ਕੁਰਬਾਨੀ ਸੀ। ਬਲਦੇਵ ਮਾਨ ਦਾ ਨਹੀਂ ਪਤਾ ਤੇ ਬਲਦੇਵ ਮਾਨ ਦੀ ਬੇਟੀ ਨੇ ਆਪਦਾ ਬਾਪ ਨਹੀਂ ਵੇਖਿਆ। ਹਾਂਜੀ। ਤੇ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜਿੱਥੇ ਸਾਨੂੰ ਉਸ ਵਿਸ਼ੇ ਤੇ ਗੱਲ ਕਰਨੀ ਚਾਹੀਦੀ ਹੈ। ਔਰਤਾਂ ਦੀ ਆਜ਼ਾਦੀ ਜਿਹੜੀ ਹੈਗੀ ਉਹ ਸਮਾਜ ਦੇ ਵਿੱਚ ਚੇਤਨਤਾ ਜਦੋਂ ਆਊਗੀ, ਜਦੋਂ ਔਰਤਾਂ ਚੇਤਨ ਹੋ ਗਈਆਂ। ਇੱਕ ਮੇਰਾ ਕੁਐਸਚਨ ਤੁਹਾਨੂੰ, ਇਹ ਜਿਹੜਾ ਔਰਤ ਦੇ ਉੱਤੇ ਜ਼ੁਲਮ ਦੀ ਗੱਲ ਕਰਦੇ ਆ ਕਿ ਤੁਸੀਂ 2-3 ਇਨਸੀਡੈਂਟ ਦੱਸੇ ਹੈਗੇ ਆ, 47 ਵਿੱਚ ਵੀ ਔਰਤਾਂ ਤੇ ਜ਼ੁਲਮ ਹੋਏ। ਉਸ ਤੋਂ ਬਾਅਦ ਗੁਜਰਾਤ ਦੀ ਦੰਗਿਆਂ ਦੀ ਤੁਸੀਂ ਗੱਲ ਕੀਤੀ, ਦਿੱਲੀ ਦੰਗਿਆਂ ਦੀ ਗੱਲ ਕੀਤੀ। ਇਹ ਸਾਰਾ ਇਹ ਔਰਤ ਨੂੰ ਹੀ ਕਿਉਂ ਸੰਤਾਪ ਭੋਗਣਾ ਪੈਂਦਾ? ਕੀ ਔਰਤ ਜ਼ਹਿਨੀ ਤੌਰ ਤੇ ਕਮਜ਼ੋਰ ਹੈ, ਸਰੀਰਕ ਤੌਰ ਤੇ ਕਮਜ਼ੋਰ ਹੈ, ਜਾਂ ਸਮਾਜਿਕ ਤੌਰ ਤੇ ਉਹਨੂੰ ਪਛਾੜਿਆ ਹੋਇਆ, ਸੁੱਟਿਆ ਹੋਇਆ? ਐਕਚੁਅਲੀ ਇਹ ਸਦੀਆਂ ਤੋਂ ਹੀ ਔਰਤ ਨੂੰ ਸਮਾਜਿਕ ਤੌਰ ਤੇ, ਜਿਹੜਾ ਭਾਰਤ ਆ ਉਹਨੂੰ ਕਹਿੰਦੇ ਆ ਵੀ ਰਿਸ਼ੀਆਂ ਮੁਨੀਆਂ ਦਾ ਦੇਸ਼ ਆ, ਉੱਥੇ ਔਰਤ ਨੂੰ ਦੇਵੀ ਦੀ ਤਰ੍ਹਾਂ ਪੂਜਿਆ ਤਾਂ ਜਾਂਦਾ ਹੈ। ਪਰ ਜੇ ਅਸੀਂ ਇਹ ਦੇਖੀਏ ਕਿ ਔਰਤ ਨੂੰ ਸਨਮਾਨ ਨਹੀਂ ਦਿੱਤਾ ਜਾਂਦਾ, ਹੈਨਾ। ਔਰਤ ਜਦੋਂ ਵੀ ਕੋਈ ਹੱਲੇ ਹੁੰਦੇ ਸੀ, ਤੁਸੀਂ ਇਵਨ ਰਾਜਿਆਂ ਦੇ ਵੇਲੇ ਹੀ ਸੀ, ਜਦੋਂ ਕੋਈ ਰਾਜਾ ਇੱਕ ਰਾਜੇ ਨੂੰ ਜਿੱਤਦਾ ਸੀ, ਉਹ ਜਿਹੜੀਆਂ ਉੱਥੇ ਦੀਆਂ ਔਰਤਾਂ ਉਹਨਾਂ ਨੂੰ ਅਗਵਾ ਕਰਕੇ ਲੈ ਜਾਂਦਾ ਸੀ। ਰਾਣੀ ਪਦਮਾਵਤੀ ਦੀ ਆਪਾਂ ਜੇ ਫਿਲਮ ਦੇਖੀਏ, ਉੱਥੇ ਜਿਹੜੀਆਂ ਔਰਤਾਂ, ਫਿਰ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਸੀਗੀਆਂ ਉਹ ਆਪਣੇ ਆਪ ਨੂੰ ਖਤਮ ਕਰ ਲੈਂਦੀਆਂ ਹੁੰਦੀਆਂ ਸੀ, ਜਿੱਦਾਂ ਉਹਨਾਂ ਨੇ ਮਤਲਬ ਕਿ ਆਪਣੇ ਆਪ ਨੂੰ ਖਤਮ ਕਰ ਲਿਆ। ਸੋ ਇਹ ਸਦੀਆਂ ਤੋਂ ਹੀ ਹੁੰਦਾ ਆਇਆ, ਜਿਹੜਾ ਇਹ ਔਰਤਾਂ ਨੂੰ ਵੀਕਰ ਸੈਕਸ਼ਨ ਦੇ ਵਿੱਚ ਰੱਖਿਆ ਗਿਆ ਵੀ ਔਰਤਾਂ ਨੂੰ ਜਦੋਂ ਕੋਈ ਲੜਾਈ ਹੋਣੀ ਆ, ਔਰਤਾਂ ਤੇ ਹਮਲੇ, ਜਿੱਦਾਂ ਗਾਲਾਂ ਦੀ ਗੱਲ ਹੈਗੀ ਆ, ਕੁੱਟਮਾਰ ਕਰਨੀ ਹੈਗੀ। ਈਵਨ ਘਰਾਂ ਦੇ ਵਿੱਚ ਵੀ ਸਾਡੀਆਂ ਜਿਹੜੀਆਂ ਔਰਤਾਂ ਆ ਉਹ, ਅਸੀਂ ਕਹਿੰਦੇ ਤਾਂ ਹੈਗੇ ਵੀ ਸਾਡੀ ਮਾਂ ਬਹੁਤ ਮਹਾਨ ਆ, ਮਾਂ ਦੀ ਪੂਜਾ ਕੀਤੀ ਜਾਂਦੀ, ਭੈਣ ਦੀ ਰਿਸਪੈਕਟ ਕੀਤੀ ਜਾਂਦੀ ਆ। ਪਰ ਉਹਦੇ ਜੇ ਇਹ ਮਤਲਬ ਕਿ ਬਾਕੀ ਔਰਤਾਂ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਸਨਮਾਨ ਨਹੀਂ ਮਿਲਦਾ। ਸਾਡੇ ਜਿਹੜੇ ਪੰਜਾਬ ਦੇ, ਈਵਨ ਗੁਰੂਆਂ ਦੀ ਧਰਤੀ ਪੰਜਾਬ ਦੇ ਵਿੱਚ ਹੀ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਉਹ ਬਲਾਤਕਾਰ ਦੀਆਂ ਹੁੰਦੀਆਂ ਆ, ਬੱਚਿਆਂ ਦੇ ਨਾਲ। ਜਿਹੜੀ ਤੁਹਾਡੀ ਸਕੀ ਮਾਂ ਆ ਉਹ ਤੁਹਾਡੀ ਮਾਂ, ਉਹ ਮਹਾਨ ਆ। ਪਰ ਜੇ ਗੁਆਂਢੀਆਂ ਦੀ ਮਾਂ ਤੋਂ ਤੁਹਾਡੀ ਮਾਂ ਮਹਾਨ ਨਹੀਂ ਹੈਗੀ, ਉਹ ਮਹਾਨ ਵੀ ਮਾਂ ਨਹੀਂ ਹੈਗੀ। ਹਾਂ, ਉਹ ਮਾਂ ਮੇਰੀ ਭੈਣ ਜਿਹੜੀ ਹੈਗੀ ਆ ਉਹ ਮਹਾਨ ਆ, ਹੈਨਾ। ਤੇ ਪਰ ਜਿਹੜੀ ਦੂਜੀ ਸਮਾਜ ਵਿੱਚ ਕੁੜੀ ਤੁਰੀ ਜਾਂਦੀ ਉਹ ਮਹਾਨ ਨਹੀਂ ਹੈਗੀ, ਉਹ ਮਹਾਨ ਨਹੀਂ, ਹੈਨਾ। ਜਦੋਂ ਮੇਰੀ ਭੈਣ ਤਾਂ ਮੇਰੀ ਭੈਣ ਆ, ਪਰ ਜੇ ਕੋਈ ਹੋਰ ਭੈਣ ਦੀ ਸਹੇਲੀ ਤੁਰੀ ਜਾਂਦੀ ਉਹ ਭੈਣ ਨਹੀਂ ਹੈਗੀ। ਤੇ ਜਦੋਂ ਤੱਕ ਸਮਾਜ ਦੇ ਵਿੱਚ ਔਰਤ ਨੂੰ ਮਨੁੱਖ ਨਹੀਂ ਸਮਝਿਆ ਜਾਂਦਾ, ਔਰਤ ਨੂੰ ਬਰਾਬਰਤਾ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ, ਇਸ ਅਧਿਕਾਰ ਲਈ ਔਰਤਾਂ ਨੂੰ ਆਪ ਵੀ ਲੜਨਾ ਪੈਣਾ। ਜਿਹੜੇ ਲੋਕ ਪ੍ਰਗਤੀਸ਼ੀਲ ਜਿਹੜੇ ਆ ਮਰਦ ਆ, ਉਹਨਾਂ ਨੂੰ ਵੀ ਔਰਤਾਂ ਦੇ ਨਾਲ, ਜਿਹੜੇ ਸਮਾਜ ਤਬਦੀਲੀ ਚਾਹੁੰਦੇ ਆ ਉਹਨਾਂ ਨੂੰ ਵੀ ਨਾਲ ਔਰਤਾਂ ਦੇ ਨਾਲ ਖੜਨਾ ਪੈਣਾ ਆ, ਤਾਂ ਹੀ ਕੋਈ ਚੇਂਜ ਹੋ ਸਕਦੀ ਹੈ। ਐਜੂਕੇਸ਼ਨ ਜਿਹੜੀ ਆ ਔਰਤਾਂ ਦੇ ਵਿੱਚ ਉਹ ਬਹੁਤ ਜ਼ਰੂਰੀ ਹੈ। ਐਜੂਕੇਸ਼ਨ ਤੋਂ ਬਿਨਾਂ, ਐਜੂਕੇਸ਼ਨ ਮਤਲਬ ਇਕੱਲੀ ਅਕੈਡਮਿਕ ਐਜੂਕੇਸ਼ਨ ਨਹੀਂ ਹੈਗੀ, ਸੋਸ਼ਲ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਆ। ਆਰਥਿਕ ਤੌਰ ਤੇ ਜਿਹੜੀਆਂ ਔਰਤਾਂ ਇੰਡੀਪੈਂਡੈਂਟ ਹੋਣੀਆਂ ਚਾਹੀਦੀਆਂ ਆ, ਹੈਨਾ। ਬਾਕੀ ਪੋਲੀਟੀਕਲ ਤੌਰ ਤੇ ਜਿਹੜੀਆਂ ਔਰਤਾਂ ਭਾਵੇਂ ਉੱਚੇ ਅਹੁਦਿਆਂ ਤੇ ਪਹੁੰਚ ਗਈਆਂ ਹੈਗੀਆਂ ਆ, ਮਿਨਿਸਟਰ ਵੀ ਬਣ ਗਈਆਂ, ਜਾਂ ਪਿੰਡਾਂ ਦੇ ਵਿੱਚ ਵੀ ਸਰਪੰਚ ਵੀ ਬਣ ਗਈਆਂ, ਹੋਰ ਅਹੁਦਿਆਂ ਤੇ ਵੀ ਚਲੇ, ਜੇ ਅਸੀਂ ਦੇਖੀਏ ਉਹ ਵੀ ਸੁਰੱਖਿਅਤ ਨਹੀਂ ਹੈਗੀ। ਥਾਣਿਆਂ ਦੇ ਅੰਦਰ ਜਿਹੜੇ ਉੱਚ ਅਧਿਕਾਰੀ ਆ ਉਹ ਛੋਟੀਆਂ ਜਿਹੜੀਆਂ ਦੂਜੀਆਂ ਹੈਗੇ ਅਹੁਦਿਆਂ ਵਾਲੀਆਂ ਔਰਤਾਂ, ਉਹਨਾਂ ਦੇ ਨਾਲ ਬਲਾਤਕਾਰ ਕਰਦੇ ਆ। ਮਿਲਟਰੀ ਦੇ ਵਿੱਚ ਪਿੱਛੇ ਜੇ ਇੱਕ ਕੁੜੀ ਮਿਲਟਰੀ ਦੀ ਆਫੀਸਰ ਸੀ, ਉਹ ਆ ਕੇ ਦੱਸਦੀ ਵੀ ਉਹਨਾਂ ਦੇ ਨਾਲ ਉੱਥੇ ਕੀ ਕੁਝ। ਮੈਂ ਤੁਹਾਡੇ ਕੋਲ ਸੱਚ ਇਹੀ ਕੁਐਸਚਨ ਲੱਗਾ ਸੀ ਕਰਨ ਕਿ ਦੂਜੇ ਪਾਸੇ ਮਾਣ ਵਾਲੀ ਗੱਲ ਸਾਰਾ ਸਮਾਜ ਢੰਡੋਰਾ ਪਿੱਟਦਾ ਕਿ ਦੇਖੋ ਜੀ ਭਾਰਤ ਦੀ ਰਾਸ਼ਟਰਪਤੀ ਔਰਤ ਸੀ, ਭਾਰਤ ਦੀ ਪ੍ਰਧਾਨ ਮੰਤਰੀ ਔਰਤ ਸੀ, ਇੰਗਲੈਂਡ ਦੀ ਪ੍ਰਧਾਨ ਮੰਤਰੀ ਔਰਤ ਸੀ, ਅਮਰੀਕਾ ਦੀ ਉਪ ਰਾਸ਼ਟਰਪਤੀ ਔਰਤ ਹੈ,
ਠੀਕ ਹੈ ਜੀ, ਬੰਗਲਾਦੇਸ਼ ਦੀ, ਪਾਕਿਸਤਾਨ ਦੀ, ਉਹ ਔਰਤਾਂ ਏਡੇ ਏਡੇ ਅਹੁਦੇ ਤੇ ਪਹੁੰਚ ਗਈਆਂ। ਹਾਂਜੀ, ਕਲਪਨਾ ਚਾਵਲਾ ਦੀ ਗੱਲ ਕਰਦੇ, ਕੁਝ ਔਰਤਾਂ ਹੀ ਪਹੁੰਚੀਆਂ ਕੁਛ, ਮਤਲਬ ਇਹਦੇ ਬਾਵਜੂਦ ਵੀ ਕਿ ਉਹਨਾਂ ਨੂੰ ਏਡੇ ਵੱਡੇ ਅਹੁਦੇ ਤੇ ਵੇਖ ਕੇ ਜਿਹੜੀਆਂ ਸਧਾਰਨ ਔਰਤਾਂ, ਉਹਨਾਂ ਦੇ ਮਨ 'ਚ ਕੋਈ ਬਲਬਲੇ ਨਹੀਂ ਆਉਂਦੇ ਕਿ ਸਾਨੂੰ ਵੀ ਅੱਗੇ ਵਧਣਾ ਚਾਹੀਦਾ, ਸਾਨੂੰ ਵੀ ਇਹੋ ਜਿਹਾ ਵਾਤਾਵਰਨ ਸਿਰਜਣਾ ਚਾਹੀਦਾ ਜਿਹਦੇ 'ਚ ਸਾਨੂੰ ਖੁੱਲ੍ਹ ਕੇ ਜੀਣ ਦਾ ਮੌਕਾ ਮਿਲੇ, ਸੌਖਾ ਸਾਹ ਲੈ ਸਕੀਏ ਅਸੀਂ। ਨਹੀਂ, ਇਹ ਬਲਬਲੇ ਤਾਂ ਆਉਂਦੇ ਆ, ਇਹ ਬਲਬਲਿਆਂ ਦਾ ਹੀ ਨਤੀਜਾ ਆ ਕਿ ਕੁੜੀਆਂ ਜਿਹੜੀਆਂ ਆ ਉਹ ਪੜ੍ਹ ਰਹੀਆਂ ਆ। ਦੂਸਰੀ ਨੌਦੀਪ ਦੀ ਭੈਣ ਦੀ ਜੇ ਅਸੀਂ ਗੱਲ ਕਰੀਏ, ਨੌਦੀਪ ਦੀ ਇੱਕ ਮਜ਼ਦੂਰ ਪਰਿਵਾਰ ਦੀ ਕੁੜੀ PhD ਕਰ ਰਹੀ ਆ, ਠੀਕ ਹੈ ਨਾ। ਉਹ ਆਪ ਵੀ ਕੁੜੀ ਉਹ ਦਿਹਾੜੀਆਂ ਕਰਕੇ, ਲੋਕਾਂ ਦੇ ਖੇਤਾਂ ਦੇ ਵਿੱਚ ਕੰਮ ਕਰਕੇ ਕੋਈ PhD ਕਰ ਰਿਹਾ ਆ। ਪੜ੍ਹਨਾ ਵੀ ਹੈ ਤੇ ਕੰਮ ਵੀ ਕਰਨਾ, ਪੜ੍ਹਨਾ ਵੀ ਹੈ ਤੇ ਕੰਮ ਵੀ ਕਰਨਾ, ਚੇਤਨ ਦਾ ਹੀ ਆ। ਹੋਰ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਗਰੀਬ ਪਰਿਵਾਰਾਂ ਚੋਂ ਪੜ੍ਹ ਕੇ, ਕਿਉਂਕਿ ਸਾਨੂੰ ਪਤਾ ਹੈ ਵੀ ਜਿਹੜੀ ਸਰਕਾਰ ਆ ਉਹ ਲੋਕ ਹਿਤੈਸ਼ੀ ਨਹੀਂ ਹੈਗੀ, ਹੈਨਾ। ਉਹ ਕੁਝ ਹੁਣ ਤਾਂ ਨੰਗੇ ਚਿੱਟੇ ਰੂਪ ਦੇ ਵਿੱਚ ਕਿਹੜੀ ਸਰਕਾਰ ਦੀ ਗੱਲ ਕਰਦੇ ਸੀ, ਬੈਕ ਹੋਮ ਦੀ ਜਾਂ ਸਾਰੀਆਂ ਸਰਕਾਰਾਂ? ਇੱਥੇ ਵੀ ਇਹੀ ਹਾਲ ਹੀ ਹੈ, ਸਾਰੇ ਵੀ। ਹਾਂ, ਕੌਮਾਂਤਰੀ ਪੱਧਰ ਤੇ ਕੋਈ ਵੀ ਸਰਕਾਰ ਹੋਵੇ, ਕੋਈ ਵੀ ਸਰਕਾਰ ਹੋਵੇ, ਇੱਥੇ ਵੀ ਜਿਹੜੇ ਇੰਡੀਜਨਸ ਪੀਪਲ ਆ ਉਹਨਾਂ ਨੂੰ ਅਜੇ ਤੱਕ ਪਾਣੀ ਨਹੀਂ ਮੁਹੱਈਆ ਕਰਵਾ ਸਕੇ। ਹੁਣ ਓਰੀਜਨਲ ਪੀਪਲ ਦੀ ਅਸੀਂ ਗੱਲ ਕੀਤੀ, ਜੇ ਉਹਨਾਂ ਦੀਆਂ ਔਰਤਾਂ ਦੀ ਗੱਲ ਕਰੀਏ, ਦੁਰਦਸ਼ਾ ਦਾ ਕਿਸੇ ਤੋਂ ਛੁਪੀ ਹੋਈ ਨੇ, ਤੁਹਾਨੂੰ ਸਾਨੂੰ ਸਭ ਨੂੰ ਪਤਾ, ਉਹਨਾਂ ਨੂੰ ਵੀ ਪਤਾ। ਹਾਂਜੀ, ਉਹਨਾਂ ਦੇ ਬਾਰੇ ਅਰਬਾਂ ਡਾਲਰ ਜਿਹੜੇ ਰੱਖੇ ਜਾਂਦੇ ਆ ਕਿ ਅਸੀਂ ਉਹਨਾਂ ਦੀ ਵੈਲਫੇਅਰ ਕਰ ਰਹੇ ਹਾਂ, ਉਹਨਾਂ ਨੂੰ ਅਪਲਿਫਟਿੰਗ ਕਰ ਰਹੇ ਹਾਂ, ਉਹਨਾਂ 'ਚ ਸੁਧਾਰ ਕਰ ਰਹੇ ਹਾਂ, ਚੇਤਨਤਾ ਲਿਆ ਰਹੇ ਹਾਂ, ਹੁੰਦਾ ਕੁਛ ਨਹੀਂ, ਪ੍ਰੈਕਟੀਕਲ ਕੁਛ ਨਹੀਂ ਹੈਗਾ। ਉੱਥੇ ਪਾਣੀ ਨਹੀਂ ਮਿਲਦਾ, ਉੱਥੇ ਸ਼ਰਾਬ ਸ਼ਰੇਆਮ ਮਿਲਦੀ ਆ। ਹਾਂਜੀ, ਉੱਥੇ ਕੋਕ ਸ਼ਰੇਆਮ, ਜਿੱਥੇ ਉਹ ਰਹਿੰਦੇ ਉੱਥੇ ਕੋਕ। ਅਸੀਂ 3-4 ਸਾਲ ਮੈਨੂੰ ਨਾਰਥ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ, ਇਹਨਾਂ ਦੀ ਪੋਸਟਿੰਗ ਉੱਥੇ ਸੀਗੀ ਗ੍ਰੈਂਡ ਵਿਊ, ਤੇ ਉੱਥੇ ਸਾਨੂੰ ਰਿਜ਼ਰਵ ਜਿਹੜੇ ਏਰੀਏ ਸੀਗੇ ਉੱਥੇ ਜਾਣ ਦਾ, ਦੇਖਣ ਦਾ ਮੌਕਾ ਮਿਲਿਆ। ਉਹ ਪਾਣੀ ਜਿਹੜਾ ਸੀਗਾ, ਸਾਡਾ ਜਿਹੜਾ ਟਾਊਨ ਸੀ ਗ੍ਰੈਂਡ ਵਿਊ, ਉੱਥੋਂ ਪਾਣੀ ਦਾ ਟੈਂਕਰ ਜਾਂਦਾ ਹੁੰਦਾ ਸੀ ਹਫ਼ਤੇ ਬਾਅਦ। ਅੱਛਾ ਅੱਛਾ। ਤੇ ਉੱਥੇ ਬਾਕੀ ਸ਼ਰਾਬ, ਉੱਥੇ ਹੋਰ ਨਸ਼ੇ ਸਾਰੇ ਮਿਲਦੇ ਸੀਗੇ, ਉੱਥੇ ਸਾਰੇ ਮਿਲਦੇ ਸੀਗੇ ਉੱਥੇ। ਅੱਛਾ, ਹੁਣ ਗੱਲ ਕਰਦੇ ਸੀ ਵੀ ਐਬਰੀਜਨਲ ਤੇ ਇੱਕ ਹੈਗੀ ਗੱਲ, ਸਰਕਾਰ ਦੇ ਯਤਨ ਕਿੰਨੇ ਕੁ ਕਾਮਯਾਬ ਆ, ਕਿੰਨੀ ਕੁ ਸੁਹਿਰਦਤਾ, ਜੇ ਉਹਨੂੰ ਪਾਸੇ ਵੀ ਰੱਖ ਲਈਏ। ਹੁਣ ਮੇਰਾ ਕੁਐਸਚਨ ਆ ਕਿ ਜਿਹੜੇ ਐਬਰੀਜਨਲ ਤੋਂ ਬਿਨਾਂ ਹੋਰ ਕਮਿਊਨਿਟੀਜ਼ ਹੈਗੀਆਂ ਪੂਰੇ ਵਰਲਡ ਦੇ ਵਿੱਚੋਂ, ਕੈਨੇਡਾ ਦੇ ਵਿੱਚ ਲੋਕ, ਕੈਨੇਡਾ, ਅਮਰੀਕਾ, ਨਾਰਥ ਅਮਰੀਕਾ 'ਚ ਆਏ ਹੋਏ ਆ, ਸਾਡੇ ਕੰਟਰੀ ਤੋਂ ਵੀ ਆਏ, ਏਸ਼ੀਅਨ ਹੋਰ ਕੰਟਰੀ ਤੋਂ ਵੀ ਆਏ ਆ, ਯੂਰਪ ਤੋਂ ਵੀ ਆਏ ਆ, ਉਹਨਾਂ ਦੀ ਹਾਲਤ ਤੇ ਸਾਡੀ ਹਾਲਤ 'ਚ ਕਿੰਨਾ ਕੁ ਫਰਕ ਆ? ਮੈਨੂੰ ਲੱਗਦਾ ਕੋਈ ਜ਼ਿਆਦਾ ਨਹੀਂ ਹੈਗਾ। ਇਹ ਦੇਖਣੇ ਨੂੰ, ਜੇ ਆਪਾਂ ਏਸ਼ੀਆ ਦੇ ਦੇਸ਼ਾਂ ਦੇ ਨਾਲੋਂ ਦੇਖੀਏ ਤੇ ਫਾਰ ਬੈਟਰ ਆ। ਜੇ ਆਪਾਂ ਏਸ਼ੀਆ ਦੇ ਦੇਖੀਏ, ਜੇ ਆਪਾਂ ਇੱਥੇ ਦੇਖੀਏ, ਜਾਂ ਅਸੀਂ ਜਿੰਨੀ ਕੁ ਸੱਭਿਅਕ ਸੁਸਾਇਟੀ ਇਹ ਕਹਿੰਦੀ ਆ ਉਨੀ ਹੈ ਨਹੀਂ, ਜਿੰਨੀ ਕਿ ਕਹਿੰਦੀ ਆ, ਰੌਲਾ ਜ਼ਿਆਦਾ ਆ। ਤੇ ਉੱਥੇ ਵੀ ਜਿਹੜਾ ਹੈਗਾ ਵੀ ਔਰਤ ਨੂੰ ਦੇਵੀ ਆ, ਔਰਤ ਦੀ ਪੂਜਾ ਕੀਤੀ ਜਾਂਦੀ, ਉੱਥੇ ਵੀ ਜੋ ਕੁਛ ਹੋ ਰਿਹਾ ਆ ਇੰਡੀਆ ਦੇ ਵਿੱਚ ਵੀ, ਮੰਦਿਰਾਂ ਦੇ ਵਿੱਚ ਰੇਪ ਹੋਣੇ ਕੁੜੀਆਂ ਦੇ, ਹੈਨਾ, ਜਾਂ ਜਿਹੜੇ 43% ਤੋਂ ਜ਼ਿਆਦਾ, ਮੋਰ ਦੈਨ 43% ਇਹ ਪਾਰਲੀਮੈਂਟ ਦੇ ਵਿੱਚ ਅਪਰਾਧੀ ਬੈਠੇ ਹੋਣੇ, ਹੈਨਾ, ਜਿਹੜੇ ਜਦੋਂ ਕੋਈ ਘਟਨਾ ਹੁੰਦੀ ਆ ਤੇ ਕੁਲਦੀਪ ਸੈਂਗਰ ਵਰਗੇ ਲੋਕ ਜਿਹੜੇ ਆ ਪੋਲੀਟੀਕਲ, ਉਹਨਾਂ ਇਹ ਸਾਰਾ ਪਰਿਵਾਰ ਹੀ ਉਹ ਕੁੜੀ ਦਾ ਮਾਰ ਕੇ ਰੱਖ ਦਿੱਤਾ ਜਿਹਦੇ ਨਾਲ ਰੇਪ ਕੀਤਾ, ਹੈਨਾ। ਸੋ ਇਹ ਜਿਹੜਾ ਹੈਗਾ, ਸਰਕਾਰਾਂ ਜਿਹੜੀਆਂ ਆ, ਹੁਣ ਲਵ ਜਹਾਜ਼ ਦੇ ਨਾਂ ਤੇ ਬਹੁਤ ਸਾਰੇ ਲੋਕਾਂ ਤੇ ਅਤਿਆਚਾਰ ਕੀਤਾ ਯੂਪੀ ਦੇ ਵਿੱਚ, ਹੈਨਾ। ਬਈ ਜੇ ਕੋਈ ਕੁੜੀ ਹਿੰਦੂ ਮੁਸਲਮਾਨ, ਜੇ ਕੋਈ ਹਿੰਦੂ ਕੁੜੀ ਮੁਸਲਮਾਨ ਮੁੰਡੇ ਨਾਲ ਵਿਆਹ ਕਰਾ ਲੈਂਦੀ ਹੈ ਤੇ ਉਹਦੇ ਸਾਰੇ ਟੱਬਰ ਨੂੰ ਹੀ ਮਾਰ ਕੇ ਰੱਖ ਦਿੱਤਾ, ਹੈਨਾ। ਸੋ ਇਹ ਚੀਜ਼ਾਂ ਜਿਹੜੀਆਂ ਔਰਤਾਂ ਦੀਆਂ ਬੱਚੀਆਂ ਜਿਹੜੀਆਂ ਉਹ ਮੁਸਲਮਾਨਾਂ ਦੇ ਘਰਾਂ 'ਚ ਵਿਆਹੀਆਂ ਹੋਈਆਂ, ਜਿਹੜੇ ਅਮੀਰ ਆ, ਹਾਈ ਸੁਸਾਇਟੀ ਜਿਹੜੀ ਹੈਗੀ ਆ। ਮੈਂ ਥੋੜਾ ਐਮਫਸਾਈਜ਼ ਦੇਣਾ ਚਾਹੁੰਦਾ ਇੱਥੋਂ ਦੀ ਲੋਕਲ ਸੁਸਾਇਟੀ ਤੇ ਕੈਨੇਡੀਅਨ ਸੁਸਾਇਟੀ ਤੇ। ਕੈਨੇਡੀਅਨ ਸੁਸਾਇਟੀ ਦੇ ਵਿੱਚ ਔਰਤ ਦੀ ਦਸ਼ਾ ਤੁਸੀਂ ਦੱਸਦੇ ਹੋ ਕਿ ਬਹੁਤਾ ਵੱਡਾ ਫਰਕ ਨਹੀਂ ਹੈਗਾ। ਕੀ ਕਾਰਨ? ਐਜੂਕੇਸ਼ਨ ਵੀ ਹੈਗੀ ਆ, ਅਵੇਅਰਨੈਸ ਵੀ ਹੈਗੀ ਆ, ਸਰਕਾਰ ਵੱਲੋਂ ਵੀ ਐਫਰਟਸ ਕੀਤੀਆਂ ਜਾਂਦੀਆਂ ਹੈਗੀਆਂ। ਅਸੀਂ ਨਾ ਜਦੋਂ ਜਿੱਥੋਂ ਅਸੀਂ ਆਏ ਆ ਉੱਥੋਂ ਆ ਕੇ ਸਾਨੂੰ ਜੇ ਥੋੜਾ ਜਿਹਾ ਵੀ ਮਿਲ ਜਾਂਦਾ ਸੀ, ਕਹਿੰਦੇ ਠੀਕ ਆ। ਅਸੀਂ ਇੱਕ ਵਾਰੀ ਇੱਥੇ ਕੋਈ ਪ੍ਰੋਟੈਸਟ ਕਰ ਰਹੇ ਸੀ ਤਾਂ ਇੱਕ ਅੰਕਲ ਕਹਿੰਦੇ ਵੀ ਬ੍ਰੈਡ ਨਾਲ ਬਟਰ ਮਿਲ ਜਾਂਦਾ ਨਾ, ਬ੍ਰੈਡ ਬਟਰ ਸਫੀਸ਼ੀਐਂਟ, ਉਹ ਜਿੰਨਾ ਕਿ ਸਾਨੂੰ ਮਿਲਦਾ ਉਹ ਸਾਨੂੰ ਬਹੁਤ ਲੱਗਦਾ। ਜੇ ਹੁਣ ਅਸੀਂ ਦੇਖੀਏ ਇੱਥੇ ਬਹੁਤ ਸਾਰੀਆਂ ਸਹੂਲਤਾਂ ਕੱਟੀਆਂ ਜਾ ਰਹੀਆਂ ਆ, ਕੋਈ ਬੋਲ ਹੀ ਨਹੀਂ ਰਿਹਾ, ਪਰ ਅਸੀਂ ਛੋਟੀ ਜਿਹੀ ਸਹੂਲਤ ਨਾਲ ਹੀ ਸੈਟੀਸਫਾਈਡ ਆ। ਅਸੀਂ ਉਹਨੂੰ ਇੱਥੇ ਦੀ ਹਾਲਤ ਨੂੰ ਇੰਡੀਆ ਦੇ ਨਾਲ ਤੁਲਨਾ ਕਰਕੇ ਦੇਖਦੇ ਹਾਂ, ਉੱਥੇ ਤਾਂ ਬਹੁਤ 8 ਮਾਰਚ ਦਾ ਦਿਨ ਆ, ਇੰਪੋਰਟੈਂਟ ਦਿਨ ਆ। ਹਾਂਜੀ, ਕੀ ਕਰਨਾ ਚਾਹੀਦਾ? ਸਮੁੱਚੀ ਔਰਤ ਜਾਤੀ ਨੂੰ ਆਪਣੇ ਮੂਲ ਨੂੰ ਪਛਾਣਨਾ ਚਾਹੀਦਾ, ਉਹਨੂੰ ਆਪਣੇ ਜਿਹੜੇ ਹੱਕਾਂ ਲਈ ਸੁਚੇਤ ਹੋ ਕੇ ਲੜਨਾ ਚਾਹੀਦਾ।
ਮਤਲਬ ਜਿੱਦਾਂ ਬਹੁਤ ਸਾਲਾਂ ਤੋਂ ਇਹੀ ਵੀ ਹੋਊ ਪਰੇ ਕੋਈ ਗੱਲ ਨਹੀਂ, ਜਾਂ ਜੋ ਸਾਡੀਆਂ ਸਦੀਆਂ ਤੋਂ ਮਾਵਾਂ ਦਾਨੀਆਂ ਦਾਦੀਆਂ ਹੰਡਾਉਂਦੀਆਂ ਏਦਾਂ ਹੀ ਹੁੰਦੀ ਆ ਕਹਿਣਾ, ਏਦਾਂ ਹੀ ਹੁੰਦੀ, ਕੋਈ ਗੱਲ ਨਹੀਂ। ਇਹਨੂੰ ਛੱਡ ਕੇ ਉਹਨੂੰ ਆਪਣੇ ਆਪ ਨੂੰ ਪਛਾਣ ਕੇ ਆਪਣੇ ਹੱਕਾਂ ਲਈ ਖੜੇ ਹੋਣਾ ਚਾਹੀਦਾ। ਜਿਹੜੀਆਂ ਔਰਤਾਂ ਦੇ ਹੱਕ ਆ, ਉਹ ਜਿਹੜੇ ਮਨੁੱਖਾਂ ਦੇ ਹੱਕ ਆ, ਉਹ ਔਰਤਾਂ ਦੇ ਹੱਕ ਆ। ਔਰਤਾਂ ਨੂੰ ਐਜ ਏ ਮਨੁੱਖ ਉਹ ਅਧਿਕਾਰ ਮਿਲਣੇ ਚਾਹੀਦੇ ਜਿਹੜੇ ਮਨੁੱਖ ਦੇ ਹੱਕ ਆ। ਜਦੋਂ ਕੋਈ ਸਿਆਣੀ ਗੱਲ ਕਰਨ ਦੀ ਕੋਸ਼ਿਸ਼ ਕਰਦੀ ਔਰਤ ਲੜਕੀ, ਉਹਨੂੰ ਕਿਹਾ ਜਾਂਦਾ ਵੀ ਇਹ ਪਤਾ ਨਹੀਂ ਇਹਨੂੰ ਹਵਾ ਲੱਗ ਗਈ ਹੈ, ਜਾਂ ਉਹ ਲੱਗ ਥਲੱਗ ਹੋ ਜਾਂਦੀ। ਆਮ ਤੌਰ ਤੇ ਇਹੀ ਕਹਿੰਦੇ ਤਾਂ ਕਾਮਰੇਡ ਆ, ਜਾਂ ਬਹੁਤੀ ਵਾਰੀ ਇਹੀ ਹੁੰਦਾ ਕਿਉਂਕਿ ਇਹ ਤਾਂ ਕਾਮਰੇਡ ਆ ਹਨਾ। ਅਲੱਗ ਥਲੱਗ ਜੀ ਵੀ ਹੋ ਜਾਂਦੀ ਹੈ ਜੇ ਕੋਈ ਵੱਖਰੀ ਗੱਲ ਕਰੇ, ਕੋਈ ਨਿਵੇਕਲੀ ਜੀ ਗੱਲ ਕਰੇ, ਨਿਵੇਕਲੀ ਸੋਚ ਦੀ ਗੱਲ ਕਰੇ, ਪ੍ਰੋਗਰੈਸਿਵ ਸੋਚ, ਗਾਂਹ ਵਧੂ ਵਿਚਾਰਾਂ ਦੀ ਗੱਲ ਕਰੇ। ਪਰ ਉਹ ਥੋੜਾ ਚਿਰ ਲੱਗਦਾ, ਫਿਰ ਹੌਲੀ ਹੌਲੀ ਲੋਕਾਂ ਨੂੰ ਲੱਗਣ ਲੱਗ ਪੈਂਦਾ। ਜੇ ਤੁਸੀਂ ਆਪਣੇ ਰਾਹ ਤੇ ਮਿਸ਼ਨ ਤੇ ਤੁਰੇ ਜਾਂਦੇ ਆ, ਕੁਛ ਕੁ ਚਿਰ ਲੋਕੀ ਕਹਿੰਦੇ, ਉਸ ਤੋਂ ਬਾਅਦ ਵਿੱਚ ਫਿਰ ਉਹਨਾਂ ਨੂੰ ਲੱਗਣ ਲੱਗ ਪੈਂਦਾ ਵੀ ਨਹੀਂ ਇਹ ਠੀਕ ਕਹਿੰਦੇ। ਮੈਨੂੰ ਲੱਗਦਾ ਜਿਹੜੀਆਂ ਚੇਤਨ ਔਰਤਾਂ ਹੈਗੀਆਂ ਉਹਨਾਂ ਨੂੰ ਔਰਤ ਦਾਇਰਾ ਵਿਸ਼ਾਲ ਕਰਨ ਦੀ ਲੋੜ ਹੈ। ਹਾਂਜੀ, ਜੇ ਵਿਸ਼ਾਲ ਕਰਨਗੀਆਂ ਇੱਕ ਕਾਫਲਾ ਬਣ ਜਾਊਗਾ ਤੇ ਸ਼ਾਇਦ ਛੇਤੀ ਤਾਂ ਨਹੀਂ, ਚਲੋ ਕਿਸੇ ਵੇਲੇ ਚੇਂਜ ਆਉਣ ਦੀ ਸੰਭਾਵਨਾ ਹੈਗੀ ਆ। ਨਹੀਂ ਤੇ ਇਹ ਜਿਹੜਾ ਔਰਤ ਦਿਵਸ, ਜਿਹੜਾ ਇੰਟਰਨੈਸ਼ਨਲ ਵੂਮਨ ਡੇ ਅੱਜ ਪੂਰੇ ਵਰਲਡ ਵਿੱਚ ਸੈਲੀਬ੍ਰੇਟ ਕੀਤਾ ਜਾ ਰਿਹਾ, ਰਸਮ ਨਾ ਬਣ ਕੇ ਰਹਿ ਜਾਏ। ਕੀ ਕਹੋਗੇ ਅਖੀਰ ਤੇ? ਨਹੀਂ, ਮੈਂ ਤਾਂ ਇਹੀ ਕਹਿੰਦੀ ਆ, ਮੈਂ ਤਾਂ ਬਹੁਤ ਆਸਵੰਦ ਆ। ਮੈਂ ਸ਼ਹੀਨ ਬਾਗ ਦੀਆਂ ਔਰਤਾਂ ਨੂੰ ਦੇਖਿਆ, ਮੈਂ JNU ਦੀਆਂ ਔਰਤਾਂ ਨੂੰ ਦੇਖਿਆ, ਮੈਂ ਜਾਮੀਆ ਮਾਲੀਆ ਦੀਆਂ ਔਰਤਾਂ ਨੂੰ ਦੇਖਿਆ, ਮੈਂ ਕਿਸਾਨ ਸੰਘਰਸ਼ ਦੀਆਂ ਔਰਤਾਂ ਨੂੰ ਦੇਖਿਆ, ਮੈਂ ਆਪਣੇ ਬੱਚਿਆਂ ਨੂੰ ਦੇਖਦੀ ਆ, ਉਹ ਆਲੇ ਦੁਆਲੇ ਕੀ ਕੁਛ ਹੋ ਰਿਹਾ, ਚੇਤਨ ਹੋ ਰਿਹਾ ਆ। ਮੈਂ ਬਹੁਤ ਆਸਮੰਦ ਆ। ਮੈਨੂੰ ਲੱਗਦਾ ਵੀ ਆਉਣ ਵਾਲਾ ਸਮਾਂ ਜਿਹੜਾ ਆ, ਉਹ ਚਾਹੇ ਕਿੱਦਾਂ ਦੇ ਵੀ ਸਿਸਟਮ ਹੋਣ, ਆਉਣ ਵਾਲਾ ਸਮਾਂ ਔਰਤਾਂ ਜਿੱਤ ਜ਼ਰੂਰ ਪ੍ਰਾਪਤ ਕਰਦੀਆਂ। ਚੈਲੰਜ ਹੋਣ ਦੇ ਬਾਵਜੂਦ ਵੀ ਔਰਤਾਂ ਜਿਹੜੀਆਂ ਆ ਉਹ ਅੱਗੇ ਵਧਣਗੀਆਂ। ਬਹੁਤ ਮਿਹਰਬਾਨੀ ਜਸਵੀਰ ਜੀ, ਸਮਾਂ ਕੱਢਿਆ, ਬੜੀਆਂ ਬੇਬਾਕ ਗੱਲਾਂ ਕੀਤੀਆਂ। ਸ਼ਾਇਦ ਮੈਂ 2-3 ਪ੍ਰੋਗਰਾਮ ਕੀਤੇ ਆ ਇੰਟਰਨੈਸ਼ਨਲ ਵੂਮਨ ਡੇ ਦੇ, ਇਹ ਸਭ ਤੋਂ ਵਧੀਆ ਪ੍ਰੋਗਰਾਮ ਮੈਨੂੰ ਲੱਗਾ। ਮੈਨੂੰ ਤਸੱਲੀ ਹੈ ਤੁਸੀਂ ਸਮਾਂ ਕੱਢਿਆ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਸੋ ਮਚ। ਤੁਹਾਡੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ।